महाराज सावन कृपाल ਦੇ ਅੱਗੇ ਨਮਸਕਾਰ ਹੈ, ਜਿਨ੍ਹਾਂ ਨੇ ਇਸ ਗਰੀਬ ਆਤਮਾ ਤੇ ਇਸ ਸੰਸਾਰ ਵਿੱਚ ਆ ਕੇ ਰਹਿਮ ਕੀਤਾ, ਨਾਮ ਦਾ ਸਿੱਟਾ ਮਾਰ ਕੇ ਸਾਨੂੰ ਤਪਦੀਆਂ ਆਤਮਾ ਨੂੰ ਸ਼ਾਂਤੀ ਬਖਸ਼ੀ। ਸੰਤਾਂ ਦਾ ਮਿਸ਼ਨ ਸੰਸਾਰ ਦੇ ਅੰਦਰ ਸਿਰਫ ਜਿਨ੍ਹਾਂ ਆਤਮਾ ਦਾ ਦਿਲ ਅੰਦਰ ਪਰਮਾਤਮਾ ਦੇ ਮਿਲਣ ਦੀ ਤੜਪ ਹੁੰਦੀ ਹੈ, ਉਹਨਾਂ ਨੂੰ ਵਿਛੜੀਆਂ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ। ਇਸ ਕੰਮ ਵਾਸਤੇ ਉਹਨਾਂ ਦਾ ਆਪਣਾ ਕੋਈ ਨਿੱਜੀ ਲਾਭ ਨਹੀਂ ਹੁੰਦਾਗਾ। ਉਹਨਾਂ ਦਾ ਸਿਰਫ ਇਤਨਾ ਹੀ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਆਤਮਾ ਜੋ ਪਰਮਾਤਮਾ ਨਾਲ ਰਿਸ਼ਤਾ ਹੈ ਉਸ ਨੂੰ ਸਮਝ ਸਕਣ ਔਰ ਉਸ ਨਾਲ ਜੁੜ ਜਾਣ, ਕਿਉਂਕਿ ਸਾਡੀ ਆਤਮਾ ਉਹ ਸਤਿਪੁਰਸ਼ ਦੀ ਅੰਸ਼ ਹੈ, ਪਰਮਾਤਮਾ ਤੋਂ ਵਿਛੜ ਕੇ ਇਸ ਸੰਸਾਰ ਦੇ ਵਿੱਚ ਆਈ। ਆਤਮਾ ਤਾਂ ਸਾਡੀ ਪਿਓਰ ਔਰ ਪਵਿੱਤਰ ਸੀ, ਲੇਕਿਨ ਮਨ ਦਾ ਸਾਥ ਲੈ ਕੇ ਅਤੀ ਗੰਦੀ ਮੈਲੀ ਹੋ ਚੁੱਕੀ ਹੈ। ਪਾਪਾਂ ਦੀ ਦਲਦਲ ਦੇ ਹੇਠ ਆ ਕੇ ਆਪਣੇ ਆਪ ਨੂੰ ਭੁੱਲ ਗਈ, ਆਪਣੇ ਅਸਲੇ ਨੂੰ ਭੁੱਲ ਗਈ ਹੈ। ਹੁਣ ਜੋ ਕੁਝ ਵੀ ਇਹ ਸੰਸਾਰ ਵਿੱਚ ਕਰ ਰਹੀ ਹੈ ਉਹ ਮਨ ਦੇ ਕਹੇ, ਮਨ ਅੱਗੇ ਫੇਰ ਇਸ ਤੇ ਸਬਰ ਨਹੀਂ ਕਰਦਾ। ਉਹਨੂੰ ਵੀ ਜੋ ਇੰਦਰੀ ਚਾਹੁੰਦੀ ਹੈ ਖਿੱਚ ਲੈਂਦੀ ਹੈ, ਇੰਦਰੀਆਂ ਨੂੰ ਅੱਗੇ ਖਹਿਸ਼ਾ ਖਿੱਚ ਲੈਂਦੀਆਂ ਹਨ, ਖੜਪਟੀ ਮਚੀ ਰਹਿੰਦੀ ਹੈ। ਅੱਜ ਦਾ ਹਰ ਜੀਵ ਅਸ਼ਾਂਤ ਹੈ। ਤੋ ਸ਼ਾਂਤੀ ਜਦ ਅਸੀਂ ਆਪਣੇ ਘਰ ਪਹੁੰਚਾਂਗੇ ਉਸ ਵੇਲੇ ਹੀ ਪ੍ਰਾਪਤ ਕਰ ਸਕਾਂਗੇ। ਤੋ ਸੰਤ ਸਾਨੂੰ ਦੱਸਦੇ ਹੈ ਕਿ ਸਾਡੀ ਆਤਮਾ ਤਾਂ ਪਿਓਰ ਸੀ, ਪਵਿੱਤਰ ਸੀ, ਲੇਕਿਨ ਮਨ ਦਾ ਸਾਥ ਲੈ ਕੇ ਇਹਦੀ ਇਹ ਹਾਲਤ ਹੋ ਚੁੱਕੀ ਹੈ। ਜਿਸ ਤਰ੍ਹਾਂ ਜਦ ਬੱਦਲਾਂ ਦੇ ਵਿੱਚੋਂ ਪਾਣੀ ਬਰਸਾਤ ਬਣ ਕੇ ਜ਼ਮੀਨ ਤੇ ਆਉਂਦਾ ਹੈ ਉਹ ਬਿਲਕੁਲ ਸਾਫ਼ ਸੁਥਰਾ ਹੁੰਦਾ ਹੈ, ਲੇਕਿਨ ਜ਼ਮੀਨ ਤੇ ਆ ਕੇ ਜਦ ਕੂੜੇ ਕਰਕਟ ਦਾ ਸਾਥ ਲੈਂਦਾ ਹੈ, ਗੰਦ ਦਾ ਸਾਥ ਲੈਂਦਾ ਹੈ, ਉਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਵੀ ਆਪਣੇ ਆਪ ਨੂੰ ਇੱਕ ਉਸ ਗੰਦ ਦਾ ਹਿੱਸਾ ਹੀ ਸਮਝਣ ਲੱਗ ਜਾਂਦਾ ਹੈ। ਜਦ ਉਸੇ ਹੀ ਪਾਣੀ ਨੂੰ ਫੇਰ ਸੂਰਜ ਦੀ ਤਪਸ਼ ਮਿਲਦੀ ਹੈ, ਉਹ ਬਖਾਰਾਤ ਬਣ ਕੇ ਉੱਡਦਾ ਹੈ, ਸਿੱਧਾ ਜਾ ਕੇ ਬੱਦਲਾਂ ਵਿੱਚ ਸਮਾ ਜਾਂਦਾ ਹੈ। ਫੇਰ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਗੰਦ ਦੇ ਵਿੱਚ ਵੜ ਕੇ ਆਪਣੇ ਆਪ ਨੂੰ ਭੁੱਲ ਚੁੱਕਿਆ ਸੀਗਾ। ਮੈਂ ਤਾਂ ਪਹਿਲਾਂ ਵੀ ਸਾਫ਼ ਸੀ, ਪਿਓਰ ਸੀ, ਹੁਣ ਵੀ ਮੈਂ ਸਾਫ਼ ਹਾਂ, ਪਿਓਰ ਹਾਂ। ਇਸੇ ਤਰ੍ਹਾਂ ਜਦ ਸਾਡੀ ਆਤਮਾ ਨੂੰ ਉਹ ਸ਼ਬਦ ਦਾ ਨਾਲ ਜੁੜਨ ਦਾ ਮੌਕਾ ਮਿਲਦਾ ਹੈ, ਉਸ ਵੇਲੇ ਮਨ ਇੰਦਰੀਆਂ ਦਾ ਸਾਥ ਛੱਡ ਕੇ ਜਦ ਆਪਣੇ ਘਰ ਦੇ ਰਸਤੇ ਤੇ ਪੈ ਜਾਂਦੀ ਹੈ, ਫਿਰ ਇਸ ਆਤਮਾ ਨੂੰ ਵੀ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਅਜੇ ਤੱਕ ਇਤਨੇ ਜਾਮੇ ਪਾਏ ਪਰਮਾਤਮਾ ਤੋਂ ਵਿਛੜ ਕੇ। ਤੋ ਸੰਤ ਮਹਾਤਮਾ ਜਦ ਵੀ ਸੰਸਾਰ ਵਿੱਚ ਆਉਂਦੇ ਹੈ ਉਹ ਨਾ ਤਾਂ ਕਿਸੇ ਦੀ ਪਹਿਲਾਂ ਬਣਿਆ ਕੋਈ ਸਮਾਜ ਤੋੜਨ ਵਾਸਤੇ ਆਉਂਦੇ ਹੈ, ਨਾ ਕੋਈ ਨਵੀਂ ਬਣਾਉਣ ਵਾਸਤੇ ਆਉਂਦੇ ਹੈ। ਮਹਾਰਾਜ ਸਾਵਨ ਤੋਂ ਪੁੱਛਿਆ ਗਿਆ ਕਿ ਤੁਹਾਡੀ ਕੀ ਜਾਤ ਹੈ, ਕੀ ਕੌਮ ਹੈ? ਉਹ ਕਹਿਣ ਲੱਗੇ, ਦੇਖੋ ਵੀ ਪਿਆਰਿਓ, ਅਗਰ ਪਰਮਾਤਮਾ ਹਿੰਦੂ ਹੈ ਤਾਂ ਮੈਂ ਹਿੰਦੂ ਹਾਂ, ਅਗਰ ਉਹ ਸਿੱਖ ਹੈ ਤਾਂ ਮੈਂ ਸਿੱਖ ਹਾਂ, ਅਗਰ ਉਹ ਈਸਾਈ ਹੈ ਤਾਂ ਮੈਂ ਈਸਾਈ ਹਾਂ, ਅਗਰ ਉਹ ਮੁਸਲਮਾਨ ਹੈ ਤਾਂ ਮੈਂ ਮੁਸਲਮਾਨ ਹਾਂ। ਮੇਰੀ ਉਹ ਜਾਤ ਹੈ ਜੋ ਪਰਮਾਤਮਾ ਦੀ ਹੈ। ਇਹੀ ਸਵਾਲ ਗੁਰੂ ਨਾਨਕ ਤੇ ਕੀਤਾ ਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਕਿ ਤੁਸੀਂ ਕੌਣ ਹੋ, ਕੀ ਜਾਤ ਹੈ? ਕੱਟੜ ਤਸਬੀ ਲੋਕ ਐਸੇ ਸਵਾਲ ਕਰਦੇ ਹੈ तो ਉਹਨਾਂ ਨੂੰ ਕਹਿਣ ਲੱਗੇ, ਦੇਖੋ ਵੀ ਪਿਆਰਿਓ, हिंदू कहा तो मारिया, मुसलमान पीना है। अगर मैं थानू ये कहा मैं हिंदू हाँ तो थोड़ी अज हुकूमत है, थोड़ा जोर है, मैनू मारोगे। पर जैसा तुसी मैनू मुसलमान समझते हो, इस किस्म का मैं मुसलमान भी नहीं
पंज तत्त दा पुतला गैबी खेले माहे, मैं तो पंजा तत्तां दा निशान है। गैबी ताकत मेरे अंदर काम करती है। कहन लगे सब घट मेरे साइयां, सुन्नी छेज न कोय, बलिहारी तै घट के जै गुरमुख प्रगट होए। धरती के अंदर हर जगह पानी है, किते 100 फुट है, किते 20, किते 50, किते इससे भी ज्यादा है, किते कम है। असी सारा दिन धरती के उपर ही तुरे फिरते हैं। बेशक सानू कितनी प्यास लगे, ये कहिए कि इस जगह पानी है, लेकिन वो प्यास नहीं बुझाउंदागा जब तक असी कोई कुआ खोद के या कोई ट्यूबवैल की सहायता लेके उस पानी नू निकाल नहीं लेंदे गे, साडी प्यास नहीं जाती। ना सानू यकीन नहीं आउंदा है कि पानी अंदर इतना गुण है, प्यास बुझा दिंदा है। बेशक परमात्मा हो कण कण दे विच व्यापक है। सब दुनिया उसने पैदा की है, सब नू अज सता दे रहा है, लेकिन फिर भी असी उहदे अंदर होण करके भी असी जम्मण मरण के कष्टां विच पिस रहे हैं, दुखां दी कहानी विच पिस रहे हैं। लेकिन संत कहते हैं कि देखो प्यारिओ, अगर तुसी उस नू प्रगट कर लो, उस दे नाल तुसी मिलाप कर लो, तुसी सदा वास्ते ही इस दुखां दी नगरी चों निकल जा सकते हो। सो संत आके सानू दसदे है कि भरावो, ये देश तुहाडा देश नहीं, ये कौमां तुहाडीआं कौमां नहीं, ये तां मन ने बनाईआं होईआं हन। साडी ओही जात है जो परमात्मा दी है। सतनाम इसदा घर है। तो इस वास्ते संत संसार विच आउंदे है, लेकिन जब तक सानू कोई पूरा महात्मा, पूरा गुरु नहीं मिलदागा और उस करते जिथों कोई साडी आत्मा है नहीं पा दिंदागा, उन्ना चिकर असी आपदे घर जा नहीं सकते गे। बेशक असी मन बुद्धि ना कितने भी क्यों ना उपाव कर लईए, नानक और कबीर तक भी खुद पर्दा ना ला सके जब तक उन्होंने किसी पूरे गुरु की जाके शरण प्राप्त ना की। और शरण प्राप्त करके भी सानू महात्मा की जिंदगी तो पता लगता है कि उन्होंने कितनियां मेहनतां कीतियां, कितनियां रातां जागियां। बेशक महात्मा बने बनाए संसार विच आउंदे है, फिर भी साडे भुल्लड़ जीवां नूं वो डेमोस्ट्रेशन देण वास्ते इत्थे आके अभ्यास भी करते हैं, खोज भी गुरु की करते हैं। उस तो बाद वो हमेशा सच्चाई का होका दिंदे हैं, सच्चाई नूं पेश करते हैं। जो कुछ भी उन्होंने उस सच्चाई नूं प्राप्त करने वास्ते अनुभव हुंदा है, जिहड़े उन्हां दे शरण विच आउंदे हैं उन्हां नूं उही अनुभव दे जांदे हैं। और वो महात्मा 2-4 पीढ़ियां या 10 पीढ़ियां इस संसार विच रह के जीवां दा उद्धार करते रहंदे हैं, अपना अनुभव दिंदे रहंदे हैं। आत्मा परमात्मा नाल जुड़दियां रहंदियां हन, फायदा उठाउंदे रहंदे हैं। वो जो उन्हां नूं अनुभव हुंदे है वो साडे फायदे वास्ते, साडी गाइडेंस दे वास्ते अपने ग्रंथां दे अंदर, वेदां शास्त्रां दे अंदर दर्ज कर दिंदे हैं। जद उथे उन्हां दे प्रचारक उस अनुभव नूं भुल जाते हैं, बाहरमुखी हो जाते हैं, तो परमात्मा होर आपदे प्यारिਆਂ नूं भेजदा है। ये सिलसिला आ जगह तो तुरिया आउंदा है। वो महात्मा आके उसे तलीम नूं ताजा कर जाते हैं। कोई भी महात्मा सानू नवीं बात दसण वास्ते नहीं आउंदागा। महाराज सावण सिंह कहंदे हुंदे सी भी देखो प्यारिओ, ये मैं तुहानू कोई नवीं बात नहीं दसदागा, ये सनातन तो सनातन है, पुरातन तो पुरातन है। तुहाडे धर्म ग्रंथां दे अंदर ये चीज मौजूद है, तुसीं पढ़ के तसल्ली कर सकते हो कि नाम तो बगैर मुक्ति नहीं, सतगुरु बगैर नाम नहीं मिलदागा, सत्संग तो बगैर सानू सोझी नहीं आउंदीगी। और जब तक असी अनुभव नूं नहीं पा लेंदेगे उन्ना चिकर असी कामयाब नहीं हो सकतेगे। गुरु नानक ने भी 11 साल कठिन घालना घाली, ठिकरियां रोड़ां दा
ਵਿਛਾਉਣਾ ਕਰਦੇ ਰਹੇ ਕਿ ਉਹਨਾਂ ਨੂੰ ਕਿਹੜਾ ਨਰਮ ਗਦੈਲ ਇੱਥੇ ਆਉਂਦੇ ਨਹੀਂ ਸੀ। ਜਿਸ ਤਰ੍ਹਾਂ ਅਸੀਂ ਦੁਨੀਆ ਦੇ ਧਨ ਦੌਲਤ ਜਾਂ ਹੋਰ ਕੋਈ ਵਸਤੂ ਪੜ੍ਹਾਈ ਅਸੀਂ ਮਿਹਨਤ ਤੋਂ ਬਗੈਰ, ਸਖਤ ਮੁਸ਼ੱਕਤ ਤੋਂ ਬਗੈਰ ਪ੍ਰਾਪਤ ਨਹੀਂ ਕਰ ਸਕਦੇਗੇ, ਇਸੇ ਤਰ੍ਹਾਂ ਰੂਹਾਨੀਅਤ ਦੀ ਦੌਲਤ ਵੀ ਅਸੀਂ ਕਠਨ ਤੋਂ ਕਠਨ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਮਿਹਨਤ ਕਰਦੇ ਹਾਂ ਉਸ ਵਕਤ ਉਹ ਪ੍ਰਮਾਤਮਾ ਜ਼ਰੂਰ ਸਾਡੇ ਤੇ ਮਿਹਰ ਕਰਦਾ ਹੈ। ਮਹਾਰਾਜ ਜੀ ਦੱਸਦੇ ਹੁੰਦੇ ਕਿ ਜਿਸ ਦੇ ਬੂਹੇ ਦੇ ਉੱਤੇ ਬਲਦ ਬੱਧਾ ਹੈ, ਘੋੜਾ ਬੱਧਾ ਹੈ, ਘਰ ਵਾਲੇ ਨੂੰ ਸਭ ਫਿਕਰ ਹੈ ਕਿ ਮੈਂ ਇਹਨੂੰ ਕਦ ਧੁੱਪੇ ਤੋਂ ਛਾਵੇਂ ਕਰਨਾ ਹੈ, ਜਾਂ ਛਾਵੇਂ ਤੋਂ ਇਸ ਨੂੰ ਗਰਮ ਜਗ੍ਹਾ ਕਰਨਾ ਹੈ, ਜਾਂ ਇਸ ਨੂੰ ਕਦ ਪਾਣੀ ਪਿਆਉਣਾ ਹੈ। ਜਦ ਇੱਕ ਇਨਸਾਨ ਵੀ ਇਤਨਾ ਫਿਕਰ ਕਰਦਾ ਹੈ, ਮਜ਼ਦੂਰ ਦੀ ਮਜ਼ਦੂਰੀ ਨਹੀਂ ਰੱਖਦਾਗਾ, ਕਿ ਉਹ ਭਗਵਾਨ ਕੋਈ ਬੇਇਨਸਾਫ ਤਾਂ ਨਹੀਂਗਾ। ਗੁਰੂ ਨਾਮ ਦੇ ਕੇ ਕਦੇ ਵੀ ਬੇਫਿਕਰ ਨਹੀਂ ਹੁੰਦਾਗਾ। ਉਹ ਸਾਨੂੰ ਜ਼ਰੂਰ ਹੀ ਰੂਹਾਨੀਅਤ ਦੀ ਦੌਲਤ ਬਖਸ਼ਦਾ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਕਿਸੇ ਬਣੇ ਸਮਾਜ ਨੂੰ ਤੋੜਨ ਵਾਸਤੇ ਨਹੀਂ ਆਉਂਦੇ, ਨਾ ਉਹ ਨਵਾਂ ਖੜਾ ਕਰਨ ਵਾਸਤੇ ਆਉਂਦੇ ਹੈ। ਮਹਾਤਮਾ ਤਾਂ ਇਹੀ ਕਹਿੰਦੇ ਹੈ ਕਿ ਤੁਸੀਂ ਆਪੋ ਆਪਣੇ ਸਮਾਜ ਵਿੱਚ ਰਹੋ, ਆਪੋ ਆਪਣੇ ਤੁਸੀਂ ਰਹੋ, ਰੀਤੀਆਂ ਕਰੋ। ਇਹਨਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਹੁੰਦੇ ਸਾਡਾ ਕੋਈ ਸਰਬੰਧ ਨਹੀਂ। ਔਰ ਸੰਤਾਂ ਦਾ ਸਰਬੰਧ ਤਾਂ ਇਤਨਾ ਹੀ ਹੁੰਦਾ ਹੈ ਕਿ ਰੂਹਾਨੀਅਤ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ। ਰੂਹਾਨੀਅਤ ਦਾ ਹੀ ਉਹਨਾਂ ਦਾ ਮਸਲਾ ਹੁੰਦਾ ਹੈ, ਉਹੀ ਚੀਜ਼ ਸਾਥੋਂ ਕਰਾਉਣਾ ਚਾਹੁੰਦੇ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਕਿ ਅਗਰ ਭਾਗਾਂ ਨਾਲ ਕੋਈ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਕਹਿੰਦੇ ਸੱਚੇ ਦਿਲੋਂ ਤੁਸੀਂ ਉਹਨਾਂ ਨਾਲ ਪਿਆਰ ਕਰੋ, ਮੁਹੱਬਤ ਕਰੋ। ਹਾਲਾਂਕਿ ਸੰਤ ਸਾਡੇ ਪਿਆਰ ਦੇ ਭੁੱਖੇ ਨਹੀਂ ਹੁੰਦੇਗੇ, ਉਹ ਤਾਂ ਆਪ ਆਪਣੇ ਗੁਰੂ ਦੇਵ ਦੇ ਪਿਆਰ ਵਿੱਚ ਮਸਤ ਹੁੰਦੇ ਆ। ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਵੀ ਆਪਣੇ ਗੁਰੂ ਦੇਵ ਦੇ ਨਾਲ ਅਟੁੱਟ ਪਿਆਰ ਕੀਤਾ ਹੁੰਦਾ, ਅਟੁੱਟ ਸ਼ਰਧਾ ਕੀਤੀ ਹੁੰਦੀ ਹੈ, ਇਹ ਸੇਵਕ ਦੇ ਫਾਇਦੇ ਦਾ ਹੈ। ਅਗਰ ਉਹ ਕਰਦਾ ਹੈ ਤਾਂ ਉਹ ਵੀ ਫਾਇਦਾ ਉਠਾ ਲੈਂਦਾ ਹੈ, ਕਿਉਂਕਿ ਸਤਿਗੁਰੂ ਦਾ ਪਿਆਰ ਹੀ ਸਾਨੂੰ ਦੁਨੀਆ ਦੇ ਪਿਆਰ ਛੱਡਣ ਵਿੱਚ ਮਦਦ ਕਰਦਾ ਹੈ। ਸੋ ਇਸ ਵਾਸਤੇ ਸੰਤ ਕਹਿੰਦੇ ਹੈ ਕਿ ਜਦ ਭਾਗਾਂ ਨਾਲ ਕੋਈ ਪੂਰਾ ਮਹਾਤਮਾ ਮਿਲ ਜਾਵੇ, ਸੱਚੇ ਦਿਲੋਂ ਉਹਦੇ ਨਾਲ ਪਿਆਰ ਕਰੋ, ਮਨ ਮਾਰਗ ਦਾ ਤਿਆਗ ਕਰ ਦਿਓ ਔਰ ਮਨ ਇੰਦਰੀਆਂ ਦੇ ਘਾਟ ਤੋਂ ਉੱਪਰ ਆ ਕੇ ਤੁਸੀਂ ਸ਼ਬਦ ਨਾਲ ਜੁੜ ਜਾਓ ਔਰ ਆਪਣੇ ਅੰਦਰ ਚਲੇ ਜਾਓ। ਸਤਿਗੁਰੂ ਅੰਦਰੋਂ ਹੀ ਸਾਡੀ ਸੁਰਤ ਨੂੰ ਉਸ ਨਾਮ ਦੇ ਨਾਲ ਜੋੜਦਾ ਹੈ। ਨਾਮ ਸਾਡੀ ਮੁਕਤੀ ਕਰਦਾ ਹੈ। ਅਸੀਂ ਸਤਿਗੁਰੂ ਦੀ ਰੂਹਾਨੀ ਗੋਦ ਦੇ ਵਿੱਚ ਰੂਹਾਨੀ ਤਰੱਕੀ ਕਰਦੇ ਹਾਂ। ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਜੋ ਕੁਝ ਵੀ ਅਸੀਂ ਸੁਣ ਰਹੇ ਹਾਂ ਇਸ ਤੇ ਅਸੀਂ ਅਮਲ ਕਰੀਏ। ਤੁਹਾਡੇ ਅੱਗੇ ਛੋਟਾ ਜਿਹਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੱਖਿਆ ਜਾਂਦਾ ਹੈ। ਸਭ ਮਹਾਤਮਾ ਦੀਆਂ ਬਾਣੀਆਂ ਕਿਸੇ ਮਜਦ ਦਾ ਨਿੰਦਿਆ ਨਹੀਂ ਕਰਦੀਆਂ, ਨਾ ਉਹਨਾਂ ਦਾ ਨਿੰਦਿਆ ਕਰਨ ਦਾ ਮਤਲਬ ਹੀ ਹੁੰਦਾ ਹੈ। ਮਹਾਤਮਾ ਦੀ ਬਾਣੀ ਦੇ ਅੰਦਰ ਤਾਂ ਸਤਸੰਗ ਦੀ ਮਹਿਮਾ ਹੈ, ਨਾਮ ਦੀ ਮਹਿਮਾ ਹੈ, ਪੂਰੇ ਗੁਰੂਆਂ ਦੀ ਮਹਿਮਾ ਹੈ। ਸੋ ਗੌਰ ਨਾਲ ਸੁਣਨ ਵਾਲਾ ਹੈ, ਸੁਣੋ। ਸੋਰਠ ਮਹੱਲਾ ਪਹਿਲਾ, ਪੰਨਾ 598। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅਮਰਤ ਗੁਰ ਪਾਹੀ ਜਿਉ। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅਮਰਤ ਗੁਰ ਪਾਹੀ ਜਿਉ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਪਰਮਾਤਮਾ ਨੇ ਬੜੀ ਪਿਆਰੀ ਸਾਡੇ ਤੇ ਦਇਆ ਮਿਹਰ ਕੀਤੀ ਹੈ। ਇਨਸਾਨ ਦਾ ਜਾਮਾ ਜੋ ਸਾਰੀਆਂ ਜੂਨੀਆਂ ਦਾ ਸਰਦਾਰ ਹੈ, ਉੱਤਮ ਮੰਨਿਆ ਗਿਆ ਹੈ, ਉਹ ਸਾਨੂੰ ਬਖਸ਼ ਦਿੱਤਾ ਹੈ, ਦੇ ਦਿੱਤਾ ਹੈ। ਆਪ ਕਹਿਣ ਲੱਗੇ ਕਿ ਤੁਸੀਂ ਇੱਥੇ ਕੋਈ ਵਿਸ਼ੇ ਬਕਾਰਾਂ ਦੇ ਜੰਗਲ ਵਿੱਚ ਪਰਮਾਤਮਾ ਨੇ ਨਹੀਂ ਭੇਜੇ ਹੋਏ, ਬਲਕਿ ਇਹ ਹੀਰਾ ਜਨਮ ਜਿਹੜਾ ਸਾਨੂੰ ਦਿੱਤਾ ਹੈ ਉਹ ਕਿਉਂ ਦਿੱਤਾ ਹੈ? ਕਿਉਂਕਿ ਜੋ ਕੰਮ ਅਸੀਂ ਪਸ਼ੂ ਪੰਛੀਆਂ ਦੇ ਜੂਨੀ ਵਿੱਚ ਨਹੀਂ ਕਰ ਸਕਦੇ ਸੀਗੇ, ਉਹ ਅਸੀਂ ਇਨਸਾਨ ਦੇ ਜਾਮੇ ਵਿੱਚ ਕਰ ਸਕਦੇ ਹਾਂ। ਪਸ਼ੂ ਭੋਗ ਭੋਗਦੇ ਹੈ, ਅਗਰ ਇਨਸਾਨ ਬਣ ਕੇ ਭੋਗ ਭਾਗ ਲੇ
ਤਾਂ ਕੀ ਅਸੀਂ ਕੋਈ ਤਰੱਕੀ ਕਰ ਲਈਏ। ਇਸੇ ਤਰ੍ਹਾਂ ਉਹ ਵੀ ਖਾਂਦੇ ਪੀਂਦੇ ਹੈ, ਸੌਂਦੇ ਹੈ, ਉੱਠਦੇ ਹੈ, ਤੁਰੇ ਫਿਰਦੇ ਹੈ। ਅਗਰ ਇਨਸਾਨ ਬਣ ਕੇ ਅਸੀਂ ਸੌਂ ਲਏ ਜਾਂ ਤੁਰੇ ਫਿਰੇ ਤਾਂ ਵੀ ਉਹਨਾਂ ਵਰਗੇ ਹੀ ਕੰਮ ਹੈ। ਭੋਗ ਲੀਆਂ ਤਾਂ ਵੀ ਅਸੀਂ ਉਹ ਪਸ਼ੂ ਵੀ ਭੋਗਦੇ ਹੈ, ਕੋਈ ਉਦੋਂ ਉੱਪਰ ਤਰੱਕੀ ਨਹੀਂ ਕਰ ਸਕਦੇ ਗੇ। ਉਹਨਾਂ ਦੇ ਅੰਦਰ ਪਰਮਾਤਮਾ ਨੇ ਆਪ ਦਾ ਇਹ ਸੈਂਸ ਬੁੱਧੀ ਨਹੀਂ ਰੱਖੀ ਕਿ ਉਹ ਪਰਮਾਤਮਾ ਨੂੰ ਪਾ ਲੈਣ। ਪਰਮਾਤਮਾ ਨੂੰ ਤਾਂ ਸਿਰਫ ਅਸੀਂ ਇਨਸਾਨੀ ਜਾਮੇ ਵਿੱਚ ਹੀ ਪਾ ਸਕਦੇ ਹਾਂ। ਕਬੀਰ ਸਾਹਿਬ ਨੇ ਕਿਹਾ ਹੈ ਕਿ ਇਸ ਦੇਹੀ ਕੋ ਸਿਮਰੇ ਦੇਵ, ਸਾਧਿਆ ਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਦੇਵੀ ਦੇਵਤੇ ਵੀ ਜਿਹੜੇ ਹੈ ਉਹ ਵੀ ਇਨਸਾਨ ਦੇ ਜਾਮੇ ਨੂੰ ਲੋਚਦੇ ਹੈ। ਕਿਉਂ ਲੋਚਦੇ ਹੈ? ਅਸੀਂ ਤੇ ਇਹ ਸੋਚਦੇ ਹਾਂ ਕਿ ਸ਼ਾਇਦ ਦੇਵੀ ਦੇਵਤੇ ਇਨਸਾਨਾਂ ਨਾਲੋਂ ਬੜੇ ਹੈ, ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹ ਕਹਿੰਦੇ ਨਹੀਂ ਪਿਆਰਿਓ, ਉਹ ਦੇਵੀ ਦੇਵਤੇ ਉਹ ਆਤਮਾ ਹਨ ਜਿਨ੍ਹਾਂ ਨੇ ਮਾਤ ਲੋਕ ਵਿੱਚ ਆ ਕੇ ਅੱਛੇ ਕਰਮ ਕੀਤੇ, ਪੁੰਨ ਦਾਨ ਕੀਤੇ, ਪਰਉਪਕਾਰ ਕੀਤੇ। ਉਸ ਪੁੰਨ ਦਾ ਇਨਾਮ ਉਹ ਸਵਰਗਾਂ ਦੇ ਅੰਦਰ ਅੱਜ ਭੋਗ ਰਹੇ ਹੈ। ਸਾਡੇ ਧਰਮ ਗ੍ਰੰਥ ਦੱਸਦੇ ਹੈ ਕਿ ਸਵਰਗਾਂ ਦੀ ਵੀ ਮਨਿਆਦ ਹੁੰਦੀ ਹੈ, ਔਰ ਜਦ ਉਹ ਮਨਿਆਦ ਖਤਮ ਹੋ ਜਾਂਦੀ ਹੈ ਸਵਰਗਾਂ ਚੋਂ ਆ ਕੇ ਇਨਸਾਨ ਦਾ ਜਾਮਾ ਇੱਕਦਮ ਮਿਲਦਾ ਹੈ। ਉਹ ਕਹਿੰਦੇ ਆ ਵੀ ਕਦ ਇਹ ਖਤਮ ਹੋਵੇ, ਕਦ ਅਸੀਂ ਜਾ ਕੇ ਇਨਸਾਨ ਦੇ ਜਾਮੇ ਦੀ ਵਾਰੀ ਆਏ ਤਾਂ ਕਿ ਅਬ ਅਸੀਂ ਪਰਮਾਤਮਾ ਦੀ ਭਗਤੀ ਕਰਾਂਗੇ, ਨਾਮ ਦੀ ਭਗਤੀ ਕਰਾਂਗੇ। ਕਿਉਂਕਿ ਸਵਰਗਾਂ ਦੇ ਅੰਦਰ ਵੀ ਭੋਗ ਜੂਨੀਆਂ ਹਨ, ਉੱਥੇ ਵੀ ਮੈਂ ਮੇਰੀ ਹੈ, ਉੱਥੇ ਵੀ ਇੱਕ ਦੂਸਰੇ ਨਾਲ ਦੁਆਸ਼ ਹੈ, ਮੌਤ ਪਦੈਸ਼ ਦਾ ਦੇਸ਼ ਹੈ। ਸੋ ਇਸ ਵਾਸਤੇ ਸੰਤ ਕਹਿੰਦੇ ਹੈ ਕਿ ਇਨਸਾਨ ਦਾ ਜਾਮਾ ਕਬੀਰ ਸਾਹਿਬ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾਏ ਹੀ ਲਾਹੋ। ਅਗਰ ਮਾਨਸ ਜਨਮ ਦਾ ਕੋਈ ਲਾਹਾ ਹੈ ਤੇ ਇਹਦੇ ਵਿੱਚ ਉਹ ਕੰਮ ਕਰ ਸਕਦੇ ਹਾਂ ਅਸੀਂ ਜਿਹੜਾ ਪਹਿਲੇ ਜਾਮਿਆਂ 'ਚ ਨਹੀਂ ਕੀਤਾ ਸੀ, ਉਹ ਪਰਮਾਤਮਾ ਦੇ ਨਾਲ ਮਿਲਾਪ ਹੈ। ਤੋ ਇਹੀ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਪਿਆਰਿਓ, ਜਿਸ ਦੀ ਖਾਤਰ ਪਰਮਾਤਮਾ ਨੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਉਹ ਤੁਹਾਨੂੰ ਕਿੱਥੋਂ ਸਾਧਨ ਔਰ ਤਰੀਕਾ ਮਿਲੇਗਾ? ਕਿਸੇ ਪੂਰੇ ਮਹਾਤਮਾ ਦੇ ਚਰਨਾਂ ਵਿੱਚ ਜਾ ਕੇ ਉਹ ਮਿਲੇਗਾ। ਸੋ ਇਸ ਵਾਸਤੇ ਮਹਾਤਮਾ ਸਾਨੂੰ ਬਾਹਰ ਮੁਖੀ ਨਹੀਂ ਕਰਦੇਗੇ, ਉਹ ਸਾਨੂੰ ਦੱਸਦੇ ਹੈ ਕਿ ਸਭ ਤੋਂ ਨਜ਼ਦੀਕ ਤੁਹਾਡਾ ਪਿਆਰਾ ਉਹ ਪਰਮਾਤਮਾ ਹੈ। ਬਾਹਰੋਂ ਨਾ ਕਿਸੇ ਨੂੰ ਮਿਲਿਆ ਅਜੇ ਤੱਕ, ਨਾ ਮਿਲਦਾ ਹੀ ਹੈ, ਉਹ ਸਾਡੇ ਅੰਦਰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਭ ਕੁਝ ਘਰ ਮੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀਂ। ਜੋ ਕੁਛ ਹੈ ਤੁਹਾਡੇ ਸਰੀਰ ਅੰਦਰ ਰੱਖਿਆ ਹੈ, ਜੋ ਬਾਹਰ ਢੂੰਡਦੇ ਫਿਰਦੇ ਹੈ। ਮੈਨੂੰ ਕਾਫੀ ਸਫ਼ਰ ਕਰਨ ਦਾ, ਮਹਾਤਮਾ ਦੀ ਚਰਨਾਂ ਵਿੱਚ ਜਾਣ ਦਾ ਮੌਕਾ ਮਿਲਿਆ ਮੇਰੀ ਜ਼ਿੰਦਗੀ ਦੇ ਅੰਦਰ, ਔਰ ਆਖਰ ਸਵਾਏ ਪਰੇਸ਼ਾਨੀ ਤੋਂ ਹੋਰ ਕੁਝ ਵੀ ਨਹੀਂ ਮਿਲਦਾਗਾ। ਜਾਂ ਹੰਕਾਰ ਆ ਜਾਂਦਾ ਹੈ ਕਿ ਅਸੀਂ ਇਤਨੇ ਤੀਰਥ ਕਰ ਲਏ ਹੈ, ਜਾਂ ਇਤਨਾ ਅਸੀਂ ਦਾਨ ਪੁੰਨ ਕਰ ਲਿਆ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਜਦ ਹੰਕਾਰ ਆ ਗਿਆ ਕਿ ਮੈਂ ਕਰਦਾ ਹੈ ਤਾਂ ਮਨ ਸਾਨੂੰ ਮੈਂ ਤੋਂ ਕਦ ਬਚਣ ਦਿੰਦਾ ਹੈ? ਇਹ ਸਾਡੇ ਸਾਥ ਹੀ ਹੁੰਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਹੈ ਜਿਸ ਦੀ ਖਾਤਰ ਪਰਮਾਤਮਾ ਨੇ ਮਿਹਰ ਕਰਕੇ ਇਨਸਾਨ ਦਾ ਜਾਮਾ ਦਿੱਤਾ ਹੈ, ਉਹ ਤੁਹਾਨੂੰ ਬਾਹਰੋਂ ਕਿਸੇ ਜਗ੍ਹਾ ਤੋਂ ਉਹ ਅੰਮ੍ਰਿਤ ਜੋ ਨਾਮ ਦਾ ਹੈ ਨਹੀਂ ਮਿਲੇਗਾ, ਉਹ ਅੰਦਰੋਂ ਮਿਲੇਗਾ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਆ ਪਨਹਾਰੀ। ਸਾਡੀ ਦੇਹ ਜਿਹੜੀ ਹੈ ਇਹ ਅੰਮ੍ਰਿਤ ਦਾ ਚਸ਼ਮਾ ਹੈ। ਇਸ ਦੇ ਅੰਦਰ ਕੋਈ ਥੋੜਾ ਬਹੁਤਾ ਛਿੱਟੇ ਮਾਰਨ ਜੋਗਰਾ ਹੀ ਅੰਮ੍ਰਿਤ ਨਹੀਂਗਾ। ਕਹਿੰਦੇ ਬੇਸ਼ੁਮਾਰ ਅੰਮ੍ਰਿਤ ਦਾ ਖੂਹ ਲੱਗਿਆ ਹੋਇਆ ਹੈ, ਚਸ਼ਮਾ ਲੱਗਿਆ ਹੋਇਆ ਹੈ। ਸ਼ਬਦੇ ਕਾਢ ਪੀਆ ਪਨਹਾਰੀ, ਲੇਕਿਨ ਕੌਣ ਕੱਢ ਸਕਦਾ ਹੈ? ਜੋ ਸ਼ਬਦ ਨਾਮ ਦੀ ਕਮਾਈ ਕਰਦਾ ਹੈ, ਉਸ ਦੀ ਪਾਣੀ ਭਰਨ ਵਾਲੀ ਕਿਆ ਦਿਨ ਰਾਤ ਆਤਮਾ ਸ਼ਬਦ ਦੇ ਨਾਲ ਜੋੜਦਾ ਹੈ, ਉਹੀ ਕੱਢ ਸਕਦੀ ਹੈ। ਸੋ ਇਸ ਵਾਸਤੇ ਆਪ ਕਹਿੰਦੇ ਸਾਡੀ ਕੀ ਹਾਲਤ ਹੈ? ਜਿਉਂ ਕਸਤੂਰੀ ਮਿਰਗ ਨਾ ਜਾਣਿਓ ਭਰਮ ਦਾ ਭਰਮ ਭਰਮਾਇਆ। ਜਿਸ ਤਰ੍ਹਾਂ ਮਿਰਗ ਦੀ ਨਾਭੀ ਦੇ ਅੰਦਰ ਕਸਤੂਰੀ ਹੈ, ਖੁਸ਼ਬੂ ਹੈ, ਜਦ ਖੁਸ਼ਬੂ ਆਉਂਦੀ ਹੈ ਉਹ ਇਧਰ ਉਧਰ ਭਜਣਾ ਸ਼ੁਰੂ ਕਰਦਾ ਹੈ, ਉਹ ਝਾੜੀਆਂ ਭਾਲਦਾ ਹੈ, ਉੱਚੇ ਨੀਵੇਂ ਜਗ੍ਹਾ ਭਾਲਦਾ ਹੈ ਕਿ ਸ਼ਾਇਦ ਖੁਸ਼ਬੂ ਇਧਰੋਂ ਆਉਂਦੀ ਹੈ। ਲੇਕਿਨ ਕਹਿੰਦੇ ਉਹ ਅੰਮ੍ਰਿਤ ਘਟ ਮਾਹੀ ਜੀਓ, ਉਹ ਅੰਮ੍ਰਿਤ ਤਾਂ ਤੁਹਾਡੇ ਅੰਦਰ ਪਰਮਾਤਮਾ ਨੇ ਰੱਖਿਆ ਹੋਇਆ ਹੈ।
ਅਸੀਂ ਉਹਨੂੰ ਕਿਉਂ ਨਹੀਂ ਪੀ ਸਕਦੇਗੇ? ਇਹ ਬੜੀ ਸੋਚਣ ਦੀ ਗੱਲ ਹੈ। ਕੋ ਅੰਮ੍ਰਿਤ ਜਿਹੜਾ ਹੈ 9 ਦੁਆਰਿਆਂ ਦੇ ਅੰਦਰ ਸਾਨੂੰ ਪ੍ਰਾਪਤ ਨਹੀਂ ਹੁੰਦਾਗਾ। ਅੱਖਾਂ ਤੋਂ ਜਦ ਤੱਕ ਅਸੀਂ ਥੱਲੇ ਥੱਲੇ ਹਾਂ ਉਹਨਾਂ ਚਿਰ ਅਸੀਂ ਇੰਦਰੀਆਂ ਦੇ ਭੋਗਾਂ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਹਾਂ। ਜੋ ਸਾਡੇ ਅੰਦਰ ਅੰਮ੍ਰਿਤ ਹੈ ਉਸ ਨੂੰ ਇਹੀ ਅੰਦਰਲੇ ਡਾਕੂ ਜਿਹੜੇ ਹੈ ਇਹ ਲੁੱਟ ਰਹੇ ਹੈ। ਜਦ ਘਰ ਦਾ ਮਾਲਕ ਘਰ ਅੰਦਰ ਹੀ ਨਹੀਂਗਾ, ਇਹ ਤਾਂ ਹੁਣ ਚੋਰਾਂ ਦੀ ਜਾਂ ਡਾਕੂਆਂ ਦੀ ਮਰਜ਼ੀ ਹੈ ਕਿ ਉਸ ਘਰ ਵਿੱਚ ਕੋਈ ਛੱਡਣਾ ਜਾਂ ਸਾਰਾ ਕੁਝ ਹੀ ਲੁੱਟ ਕੇ ਲੈ ਜਾਣਾ ਹੈ। ਸੋ ਇਸ ਵਾਸਤੇ ਜਦ ਘਰ ਦਾ ਮਾਲਕ ਜਾਗ ਪੈਂਦਾ ਹੈ ਉਦੋਂ ਚੋਰਾਂ ਦੀ ਡਾਕੂਆਂ ਦੀ ਉੱਥੇ ਮੌਜੂਦਗੀ ਬਰਦਾਸ਼ਤ ਨਹੀਂ ਕਰਦਾਗਾ। ਜਦ ਘਰ ਦਾ ਮਾਲਕ ਆਪਣੀ ਆਈ ਤੇ ਆ ਜਾਂਦਾ ਹੈ ਤਾਂ ਜਿਹੜੇ ਚੋਰ ਹੈ ਡਾਕੂ ਲੁੱਟਣ ਵਾਲੇ ਹੈ ਉਹ ਇੱਕ ਇੱਕ ਕਰਕੇ ਘਰ ਦੇ ਵਿੱਚੋਂ ਨਿਕਲ ਜਾਂਦੇ ਹੈ। ਕਬੀਰ ਸਾਹਿਬ ਕਹਿੰਦੇ ਹੈ ਮੁਸਾਫਰ ਜਾਗਤੇ ਰਹਿਣਾ ਨਗਰ ਮੇ ਚੋਰ ਆਤੇ ਹੈ। ਇਹ ਸਰੀਰ ਕਹਿਣ ਲੱਗੇ ਇਹਦੇ ਅੰਦਰ ਚੋਰ। ਸਾਨੂੰ ਪਤਾ ਹੈ ਕਾਮ ਸਾਥੋਂ ਜਾਨਵਰਾਂ ਵਾਲੇ ਕੰਮ ਕਰਾ ਲੈਂਦਾ ਹੈ, ਜਾਨਵਰ ਹੀ ਬਣਾ ਦਿੰਦਾ ਹੈ, ਕੋਲੇ ਖੜਾ ਇਨਸਾਨ ਨਹੀਂ ਦਿਸਦਾਗਾ। ਇਸੇ ਤਰ੍ਹਾਂ ਕ੍ਰੋਧ ਸਾਡੇ ਸਾਰੇ ਸ਼ੁਭ ਗੁਣਾਂ ਨੂੰ ਚਬਾ ਕੇ ਰੱਖ ਦਿੰਦਾ ਹੈ ਔਰ ਉਹ ਸਾਥੋਂ ਕੰਮ ਕਰਾ ਦਿੰਦਾ ਹੈ, ਸਾਰੀ ਜ਼ਿੰਦਗੀ ਖੁਸ਼ਕ ਕਰ ਦਿੰਦਾ ਹੈ। ਲੋਭ ਸਾਨੂੰ ਮਾਸ ਦੇ ਲੋਥੜੇ ਦੀ ਤਰ੍ਹਾਂ ਬਣਾ ਦਿੰਦਾ ਹੈ, ਇਸ ਵਾਸਤੇ ਉਹ ਸਾਨੂੰ ਆਪਦਾ ਦਾਸ ਬਣਾਈ ਰੱਖਦਾ ਹੈ। ਤੋ ਇਹ ਹਾਲਤ ਹੰਕਾਰ ਜਿਹੜਾ ਸਭ ਤੋਂ ਮਗਰੋਂ ਹਾਰ ਮੰਨਦਾ ਹੈ ਹਾਲਤ ਹੈ ਕਿ ਹੰਕਾਰੀ ਆਦਮੀ ਇਹ ਮਿੱਥ ਕੇ ਚੱਲਦਾ ਹੈ ਕਿ ਮੈਂ ਜੋ ਕੁਝ ਬੋਲਦਾ ਹੈ, ਜੋ ਕੁਝ ਮੈਂ ਕਹਿਣਾ ਹੈ ਉਹ ਸਹੀ ਹੈ। ਸੋ ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਆ ਕਿ ਇਹ ਜਿਹੜੇ 5 ਚੋਰ ਹੈ ਇਹ ਕੋਈ ਬਾਹਰੋਂ ਨਹੀਂ ਆਉਂਦੇਗੇ, बीमारी सारी अंदर ही है। तो आप कहते नगर में चोर आते हैं, रात का टाइम है, काम आउंदा है, वो जगा लेंदा मंजे तो। शरीर नाल उसदी असी जिहड़ी कमी है उसदी ख्वाहिश नूं पूरा करते हैं। इस तरह क्रोध आउंदा है, वो भी सानू अंदरों ही परेशान करता है। तो ਉਹਦੀ भी पूर्ति करने वास्ते असी कितने कितने भैड़े ऐब कर लेने हैं। भरा भरा का सिर जिहड़ा है वो गाजर मूली असी बना लेने हैं। अपने पराए का पता ही नहीं लगता गा कि कौन खड़ा है। क्रोधी आदमी का जिहड़ा खून है वो जल जाता है जब वो क्रोध का शिकार होया हुंदा है। बेशक असी उस वक्त किसी भी डॉक्टर तो चेकअप कराइए तो जिहड़ा खून है उस वेले प्रैशर जिहड़ा है वो वधिया हुंदा है। तो इस वास्ते क्रोध नाल जिहड़ी साडे ख्याल है आत्मा है वो फैल जाती है। कामी आदमी नाम की चढ़ाई दे काबल नहीं रहिंदा, काम नाल साडी आत्मा नीचे गिर जाती है। सो इस वास्ते संत महात्मा सानू दसदे है कि जद घर दा मालक जाग पैंदा है वो चोर डाकू उथों भज जाते हैं। कबीर साहब कहते मुसाफिर जागते रहना। असी मुसाफिर हैं। मुसाफिर किहनूं कहा जाता है? जिहड़ा एक रात वास्ते किसी मकान में ठहरे। लेकिन असी बेशक इस गल नूं ना मन्नीए कि असी मुसाफिर नहीं, लेकिन संत सानू हमेशा ही मुसाफिर करके बयान करते हैं। मुसाफिर उही है कि जिन्हें पता नहीं कि कद तुर जाना है, घर दे मालक ने कद कहना है कि बई तू इत्थों चलिया जा। सो इस वास्ते संत सानू दसदे है कि सानू भी पता नहीं कि भरिया बाजार असी कद छड़ जाना है। महाराज जी कहते हुंदे ये जे शरीर ये मकान जिहड़ा है ये पराया मकान है, इत्थे असी लिया, इत्थे असी छड्ड के तुरे जाना है। तो अनेकां ही साडे माता पिता भैन भरा पता नहीं किन्ने क साडे पिछले जामिਆਂ च होए आ, गां नूं किन्ने क साडे बनणगे। जे पिछलियां दी याद नहीं ते जिन्हां नूं असी अज मोह पाई बैठे हैं इन्हां दी असी किस तरह याद बना लांगे। जे पिछले घर बार जिन्ने असी बनाए आ वो साडे साथ नहीं आए, अज सानू पता नहीं गा। महाराज सावण सिंह दे मुतलक जिस महात्मा तो मैनू बाबा बिशन दास तो 2 शब्द का भेद मिलिया सीगा। उन्हां दा दोस्त फत्ती मुसलमान हुंदा सीगा, उहदे पास भी 2 ही शब्द का भेद हुंदा सी। वो काफी लगाव वाले सन। जब मैं महाराज सावन सिंह दे पास बाबा बिशन दास नूं लगया, वो फत्ती मुसलमान फकीर भी उन्हां दे साथ ही गया सीगा। तो अच्छा इन्हां लोकां नूं जिहड़े दूसरी मंजिल ते जांदे है बड़ी अंतरयामता हुंदी है। तो इस वास्ते बैठा बैठा कहन लगा महाराज सावण सिंह नूं कि सच्चे पातशाह तुहाडा एक जामा राजे फरीदकोट दे घर विच भी होया। जिन्हां लोकां ने राजा फरीदकोट बलवीर सिंह देखिया सीगा, पता है कि महाराज सावण दे उत्ते ओहदी चुण पैंदी हुंदी सीगी।
ਸੋ ਇਸ ਵਾਸਤੇ ਉਸੇ ਹੀ ਰੰਗ ਉਹਨਾਂ ਦਾ ਗੁਲਾਬੀ ਚਿਹਰਾ ਹੁੰਦਾ ਸੀਗਾ, ਬੜਾ ਪ੍ਰਭਾਵਸ਼ਾਲੀ ਸੀਗਾ। ਤੋ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਵੀ ਜੇ ਮੈਂ ਅੱਜ ਉਹਨਾਂ ਮਹੱਲਾਂ ਵਿੱਚ ਜਾਵਾਂ ਕੋਈ ਮੈਨੂੰ ਉੱਥੇ ਤੁਸਣ ਦੇਵੇਗਾ। ਸੋ ਇਸ ਵਾਸਤੇ ਸੰਤ ਕਹਿੰਦੇ ਆ ਕਿ ਪਿਆਰਿਓ, ਜਦ ਪਿਛਲੇ ਮਕਾਨ ਸਾਡੇ ਯਾਦ ਨਹੀਂ ਗਏ ਕੀ ਹੋਣ ਵਾਲੇ ਅਸੀਂ ਯਾਦ ਰੱਖਾਂਗੇ। ਇਸ ਵਾਸਤੇ ਸਾਨੂੰ ਮੁਸਾਫਰ ਕਹਿੰਦੇ ਆ। ਜਾਗਦੇ ਰਹਿਣਾ ਨਗਰ में चोर आते है, जरा सी नींद गफलत में झटपट गठड़ी उठाते है। किन्ना दा माल लुट के ले जाते हैं, किन्ना दे शुभ गुण चबा के ले जाते हैं, ਜਿਹੜੇ ਗਫਲਤ ਦੇ ਵਿੱਚ ਹੈ, ਜਿਹੜੇ ਭਜਨ ਸਿਮਰਨ ਨਹੀਂ ਕਰਦੇ, ਸਤਸੰਗ ਵਿੱਚ ਨਹੀਂ ਜਾਂਦੇਗੇ। ਔਰ ਕਿਉਂਕਿ ਸਤਸੰਗ ਜੋ ਹੈ ਇਹੀ ਭਜਨ ਦੀ ਵਾੜ ਹੈ। ਸਤਸੰਗ ਦੇ ਵਿੱਚ ਆ ਕੇ ਸਾਨੂੰ ਸਾਡੀਆਂ ਕਮੀਆਂ ਦਾ, ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਜਿਹੜੇ ਗਫਲ ਦੇ ਵਿੱਚ ਹੈ ਉਹਨਾਂ ਦੀ ਜਿਹੜੀ ਨਾਮ ਦੀ ਪੂੰਜੀ ਹੈ ਉਹ ਸਾਰੀ ਲੁੱਟ ਲੈ ਜਾਂਦੇ ਹੈ। ਸੋ ਸਭ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਬਿਮਾਰੀ ਸਾਡੇ ਅੰਦਰ ਹੈ, ਦਵਾਈ ਵੀ ਸ਼ਬਦ ਨਾਮ ਦੀ ਅੰਦਰ ਹੀ ਹੈ। ਸੋ ਇਸ ਵਾਸਤੇ ਅੰਦਰ ਮਾਰਨੇ ਵਾਲਾ ਵੀ ਹੈ, ਅੰਦਰ ਬਚਾने ਵਾਲਾ ਵੀ परमात्मा ਹੈ। ਸੋ ਸੰਤ ਮਹਾਤਮਾ ਦੱਸਦੇ ਹੈ ਕਿ ਇਹ ਤੁਹਾਨੂੰ ਕਿੱਥੋਂ ਮਿਲੇਗਾ ਬਈ, ਕਿਸੇ ਮਹਾਤਮਾ ਦੇ ਕੋਲੋਂ ਜਾ ਕੇ ਮਿਲੇਗਾ। ਹੁਣ ਗੁਰੂ ਨਾਨਕ ਅੱਗੇ ਦੱਸਦੇ ਹੈ ਕਿ ਕਿੰਨਾ ਕਿੰਨਾ ਚੀਜ਼ ਉਹ ਸਾਧਨ ਅਪਣਾਉਣੇ ਹੈ ਜਿਹਦੇ ਕਰਕੇ ਅਸੀਂ ਉਸ परमात्मा ਨੂੰ ਪਾ ਸਕੀਏ, ਅੰਮ੍ਰਿਤ ਨੂੰ ਪਾ ਸਕੀਏ। ਜੀ जिस जल निद कारण तुम जागे आए, सो अमृत गुर पाही जियो। छोड़ो वेश पेख चतुराई, दुविधा एह फल नहीं जियो। ਕੀ ਕਰੋ ਮਤਾ ਇਹ ਦਿਲ ਦੇ ਵਿੱਚ ਖਿਆਲ ਆਏ ਕਿ ਅਸੀਂ ਚਿੱਟੇ ਵਸਤਰ ਉਤਾਰ ਕੇ ਭਗਵੇਂ ਪਾ ਲਾਂਗੇ ਤਾਂ ਪਰਮਾਤਮਾ ਮਿਲੇਗਾ, ਜਾਂ ਭਗਵੇਂ ਉਤਾਰ ਕੇ ਅਸੀਂ ਨੀਲੇ ਪਾ ਲਈਏ ਤਾਂ ਪਰਮਾਤਮਾ ਮਿਲੇਗਾ, ਜਾਂ ਹਰੇ ਰੰਗ ਦੇ ਪਾ ਲਈਏ ਜਾਂ ਕਾਲੇ ਰੰਗ ਦੇ ਪਾ ਲਈਏ। ਇਹ ਤਾਂ ਸਰੀਰ ਤਾਂ ਇੱਕ ਘੋੜਾ ਹੈ, ਇਹਦੇ ਉੱਤੇ ਜੈਸਾ ਵੀ ਮਰਜ਼ੀ ਤੁਸੀਂ ਲਿਬਾਸ ਪਾ ਲਓ, ਇਸ ਨੂੰ ਇਸ ਲਿਬਾਸ ਦਾ ਨਾ ਕੋਈ ਫਾਇਦਾ ਹੈ, ਨਾ ਕੋਈ ਫਾਇਦਾ ਹੈ, ਨਾ ਇਹਨੂੰ ਕੋਈ ਸੁੱਖ ਹੈ, ਨਾ ਕੋਈ ਇਸ ਨੂੰ ਦੁੱਖ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੋਈ ਓਢੈ ਨੀਲ ਕੋਈ ਪਹਿਨਾ ਸਫੈਦ। ਇਹ ਤਾਂ ਸਾਡੀ ਆਪ ਦੇ ਉੱਤੇ ਨਿਰਭਰ ਹੈ ਕਿ ਅਸੀਂ ਕੈਸਾ ਕੱਪੜਾ ਪਹਿਨਣਾ ਚਾਹੁੰਦੇ ਹਾਂ। ਸੋ ਇਸ ਵਾਸਤੇ ਆਪ ਕਹਿੰਦੇ ਛੋਡੋ ਵੇਸ ਪੇਖ ਚਤਰਾਈ। ਔਰ ਇਹਨਾਂ ਚੀਜ਼ਾਂ ਦੇ ਨਾਲ ਧਾਰਨ ਕਰਨਾ, ਪਰਮਾਤਮਾ ਅਗਰ ਮਿਲਦਾ ਹੋਵੇ ਹੋਰ ਕਿਹੜਾ ਸਸਤਾ ਸੌਦਾ ਇਹਨੂੰ ਹੋ ਸਕਦਾ ਹੈ। ਬਾਕੀ ਰਹੇਗੀ ਚਤਰਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਮਤਾ ਇਹ ਦਿਲ ਵਿੱਚ ਖਿਆਲ ਆਵੇ ਕਿ ਅਸੀਂ ਉਹਨੂੰ ਪਰਮਾਤਮਾ ਨੂੰ ਧੋਖਾ ਦੇ ਲਾਂਗੇ। ਆਪ ਦੱਸਦੇ ਆ ਕਿ ਅਸੀਂ ਦੁਨੀਆ ਨੂੰ ਤਾਂ ਧੋਖਾ ਦੇ ਲਵਾਂਗੇ, ਆਪਣੇ ਆਪ ਨੂੰ ਵੀ ਦੇ ਲੈਨੇ ਆ ਧੋਖਾ। ਔਰ ਲੇਕਿਨ ਜੋ ਸਾਡੇ ਅੰਦਰ ਬੈਠਾ ਹੈ ਪਰਮਾਤਮਾ, ਜੋ ਸਾਡੀ ਹਰ ਹਰਕਤ ਨੂੰ ਦੇਖਦਾ ਹੈ, ਉਹ ਨਾ ਤਾਂ ਅਜੇ ਤਾਈਂ ਕਦੇ ਕਿਸੇ ਧੋਖੇ ਵਿੱਚ ਆਇਆ ਹੈ, ਨਾ ਆ ਹੀ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਹੈ ਰਾਮ ਚਰੋਖੇ ਬੈਠ ਕੇ ਸਭ ਕਾ ਚਾਰਾ ਲੈ, ਜਾਂ ਕੀ ਜੈਸੀ ਚਾਕਰੀ ਤਾਂ ਕੋ ਤੈਸਾ ਦੇ। ਉਹ ਸਭ ਦੇ ਅੰਦਰ ਦੇਖ ਕੇ ਬੈਠ ਕੇ ਦੇਖ ਰਿਹਾ ਹੈ, ਜੈਸੀ ਜੈਸੀ ਕੋਈ ਚਾਕਰੀ ਕਰਦਾ ਹੈ, ਜੈਸਾ ਜੈਸਾ ਕੋਈ ਕਰਦਾ ਹੈ, ਉਹਨੂੰ ਵੈਸੀ ਵੈਸੀ ਉਹ ਮਜ਼ਦੂਰੀ ਦੇ ਰਿਹਾ ਹੈ। ਮੈਂ ਦੱਸਦਾ ਹੁੰਦਾ ਹੈ ਕਿ ਅਸੀਂ ਆਮ ਤੌਰ ਦੇ ਉੱਤੇ ਦੁਨੀਆਦਾਰ ਲੋਕ ਜਦ ਕੋਈ ਦਾਨ ਪੁੰਨ ਕਰਦੇ ਹੈ, ਕੋਈ ਸ਼ੁਭ ਕੰਮ ਕਰਦੇ ਹੈ, ਪੰਡਤ ਤੋਂ ਜਾਂ ਭਾਈ ਤੋਂ ਜਾ ਕੇ ਅਸੀਂ ਪੱਤਰੀ ਵੀ ਕਢਾਉਨੇ ਹੈ, ਦਿਨ ਵਾਰ ਵੀ ਪੁੱਛਦੇ ਹੈ ਕਿਹੜਾ ਦਿਨ ਅੱਛਾ ਹੋਏਗਾ, ਉਹਦੇ ਮੁਤਾਬਕ ਅਸੀਂ ਕਰਦੇ ਹਾਂ। ਲੇਕਿਨ ਜਦ ਪਾਪ ਕਰਨਾ ਹੁੰਦਾ ਹੈ, ਅੱਜ ਤੱਕ ਕਦੇ ਨਾ ਅਸੀਂ ਪੰਡਤ ਵਿਚਾਰੇ ਦੀ ਸਲਾਹ ਲੈਂਦੇ ਹਾਂ, ਨਾ ਕਿਸੇ ਭਾਈ ਦੀ ਸਲਾਹ ਲੈਂਦੇ ਹਾਂ, ਨਾ ਕੋਈ ਮੁੱਲਾਂ ਦੀ ਸਲਾਹ ਲੈਂਦੇ ਹਾਂ ਕਿ ਕਿਹੜਾ ਦਿਨ ਠੀਕ ਹੋਏਗਾ। ਤਜਰਬਾ ਦੱਸਦਾ ਹੈ ਜਿਸ ਦਾ ਵੀ ਮੌਕਾ ਲੱਗਦਾ ਹੈ ਉਹ ਉਸ ਮੌਕੇ ਤੋਂ ਆਪਦੇ ਆਣੇ ਭੁੱਲੜ ਫਾਇਦਾ ਉਠਾਉਣ ਦੀ ਕਰਦਾ ਹੈ, ਉਸ ਪਾਪ ਦੀ ਪੰਡ ਬਣ ਲੈਂਦਾ ਹੈ। ਲੇਕਿਨ ਸੰਸਾਰ ਵਿੱਚ ਅਸੀਂ ਸੁਖੀ ਵੀ ਦੇਖਦੇ ਹਾਂ ਲੋਕਾਂ ਨੂੰ, ਦੁਖੀ ਵੀ ਦੇਖਦੇ ਹਾਂ, ਬਿਮਾਰ ਵੀ ਦੇਖਦੇ ਹਾਂ, ਤੰਦਰੁਸਤ ਵੀ ਦੇਖਦੇ ਹਾਂ, ਜ਼ਿਆਦਾ ਚਿਰ ਲੰਮੀ ਬਿਮਾਰੀਆਂ ਭੋਗਣ ਵਾਲੇ ਵੀ ਅਸੀਂ ਦੇਖਦੇ ਹਾਂ, ਲੰਮਾ ਚਿਰ ਲੋਕ ਤੰਦਰੁਸਤੀ ਮਾਣਦੇ ਵੀ ਅਸੀਂ ਦੇਖਦੇ ਹਾਂ। ਇਹ ਕਿਉਂ ਹੈ ਬਈ? ਉਹ ਇਹੀ ਹੈ ਕਿ ਉਹ ਪਰਮਾਤਮਾ ਸਾਨੂੰ ਸਾਡੇ ਪੁੰਨਾਂ ਦਾ ਇਨਾਮ ਤੰਦਰੁਸਤੀ ਦਿੰਦਾ ਹੈ। ਜ਼ਿਆਦਾ ਚਿਰ ਪੁੰਨ ਹੁੰਦੇ ਆ, ਜ਼ਿਆਦਾ ਚਿਰ ਤੰਦਰੁਸਤੀ ਹੁੰਦੀ ਹੈ। ਪਾਪਾਂ ਦਾ ਜੋ ਸਜ਼ਾ ਹੈ ਉਹ ਸਾਨੂੰ ਬਿਮਾਰੀ, ਬੇਰੁਜ਼ਗਾਰੀ, ਗਰੀਬੀ,
ਇਹ ਚੀਜ਼ ਸਾਨੂੰ ਪਾਪ ਦਾ दंड मिलता है। सो इस वास्ते संत कहते हैं पाप पुण्य की है ये नगरिया सो उभरे सतगुर सरनैया। ये देह जिहड़ी है कुछ साडे पुण्य रले कुछ पाप रले है, ये सानू मिल गई है। अगर साडे पुण्य ही पुण्य हुंदे असीं स्वर्गां 'च बैठे हुंदे, जे पाप ही पाप हुंदे असीं नरकां विच सड़दे हुंदे। हुण कुछ पुण्य रले कुछ पाप रले है, सानू इंसान दा जामा मिल गया है। लेकिन इथों कौन पूरा फायदा उठा के जाएगा? सो उभरे जो सतगुर सरनैया, जो किसी पूरे महात्मा दी जुड़े महात्मा दी संगत और सोबत दे विच जाके फायदा उठा जाते हैं। तो इस वास्ते उही इथों फायदा उठा के जाते हैं। सो आप कहते हैं इन्हां चीज़ां नूं छड्ड दिओ, वेस ना परमात्मा नहीं मिलदा गा, भेख ना नहीं मिलदा गा। सो इस वास्ते गुरु गोबिंद सिंह तो इथों तक कहते हैं भेख दिखाए जगत को लोगन को वसकीन, अंत काल काती कटियो वास नरक मूलीन। मैं गुरु गोबिंद सिंह की कहानी सुनाना हुंदा है कि जब आनंदपुर साहिब सीगे उन्होंने उस वेले लोग बड़े ही लोग भेख बना के फिरदे हुंदे सीगे। उन्हां दे शिष्य कुछ भेख की बड़ी तारीफ करन लगे। तो उन्होंने एक दिन किसी गधे के उपर शेर की खल पवा दी, किसी नूं खबर तक ना होण दित्ती। जिहड़े कोई मुखिया दो चार सी उन्हां नूं पता सीगा और बाहर किले दे छड़ दिता। जिहड़ा भी कोई किले दे बाहर जावे वो भजिया है उसे आपदा सब कुछ छड़ के कि बाहर तो शेर फिरदा है। सानू पता जे शेर साडे बूहे तो बाहर फिरदा होवे ते असीं किस तरह उत्थे अगे साहस कर सकते हैं कि असीं टटी पिशाब उत्थे जाके जा आवांगे या अपने खेत अंदर जाके देख आवांगे या दुकान ते चले जावांगे। वो जिहड़ा भी बाहर जावे सहम दा मारिया आके गुरु साहब नूं कहे महाराज जी बाहर तो शेर आया होया है। वो कहते अच्छा भाई करते हैं कोई इंतजाम। एक दो दिन गुरु साहब इसी तरह ही टालते रहे। जो देखा भी इन्होंने बिल्कुल ही यकीन हो गया है भी ये शेर है, और वो भी खूब आपदा दाना पक्का बाहर खुला गधा चरदा रहा, मौज बनी रही। एक दिन गुरु साहब ने किले वाला पासा सुन्ना छड़ दिता भी अंदर वड़ेगा, और दूसरे पासे दी होके उसनूं चार पंज बंदियां ने डराया। वो किले अंदर आया। अगे किले दे अंदर कुम्हार गधियां नाल कारोबार करदा सी। जदों उसने आपदा भाईचारा देखिया वो भी उच्ची सुर च बोले, वो भी बोलिया। तो कुम्हार ने वो जिहड़ा उसते खल सी वो ला के परे सिट दित्ती, उहदे उपर आपदी छट लद लई। और जितने लोग रोज गुरु साहब दे कोले आके विश्वास दिवाउंदे सी कि जी बाहर तो शेर है, सारे ही शर्मिंदे होए। तो गुरु साहब कहने लगे देखो प्यारिओ, ये तुहानू समझाउण वास्ते दस्सिया है कि गधे दे उत्ते बेशक तुसी शेर दी खल पा दिओ तो वो कदे भी नहीं शेर बन सकदा। इसे तरह जे तुसी मन ना रंगोगे तुहाडा कपड़े रंगे की करनगे। सो इस वास्ते गुरु नानक साहब सानू प्यार ना कहंदे आ, ये तां कहंदे भी भेख दिखाए जगत को लोगन को वसकीन। ये तां दुनिया है वो मत्था टेकन लग जाती है। अंत काल काती कटियो वास नरक मूली। बाबा जलन जट कहता है बड़ा कमाई वाला सी, नशहरे विच होया कि लोक डरावण कार ने तू भेख बनाया, निर उद्यम टुकड़ा खामना बाबा नाम तराया। कहन लगे अपना कमाउणा छड्ड गया, लोकां दे उत्ते निर्भर हो गया। जिन्हां दा हुण खाधा है उन्हां दा देना पएगा। महाराज सावण सिंह तो पूछा गया कि जी जिहड़े लोग किसी दा खांदे है कि सचमुच उन्हां दा हिसाब किताब देना पएगा। महाराज जी हस के कहन लगे देखो बई वो कर्जा या ऊंट बन के लाओगे या कोई बैल बन के लाओगे या कुछ होर नौकरी चाकरी नाल अगले जन्म तुहानू देना पएगा। ले दिते बिन रहे ना कोई। कबीर साहब कहते हैं कबीर ग्रेही का टुक्कर बुरा नौ नौ उंगल दांत, भजन करे तो उभरे नहीं तो कड्डे दांत आंत। खाना तो किसी का बड़ा सौखा है लेकिन हिसाब देना बड़ा ही मुश्किल हो जाता है। सो इस वास्ते गुरु साहब कहते हैं ये तो सिर्फ प्रभाव बनाने वास्ते हुंदा है। आपदा कमाया छड्ड जांदे है, कमाउणा छड्ड जांदे है, बाबा होण दा होर हंकार पैदा हो जाता है। संत महात्मा तो एक नमूने की जिंदगी इस संसार दे विच आके जिउंदे है। वो कदे भी किसी सभा सोसाइटी के उत्ते बोझा बन के नहीं आउंदे गे। खुद दसां नूहां दी किरत करते हैं, आपदे सेवकां नूं भी यही उपदेश दिंदे है। सो संतां दी हिस्ट्री पढ़ी तो पता लगता है वो खेती करन, दुकानदारी करन,
कोई होर कारोबार करन। कबीर साहब ने सारी जिंदगी ताना तणिया, रविदास ने जुत्तियां गठियां, गुरु नानक साहब जी महाराज ने करतारपुर गांव वसा के खेतीबाड़ी की। साडे सतगुरु महाराज सावण सिंह भी सफल किसान सन, अपनी नौकरी पेंशन दे विच भी गुजारा करते रहे है। सो इसे तरह महाराज कृपाल सी, बड़ी उन्होंने अच्छी सफल उच्ची पोस्ट के उत्ते नौकरी की और पेंशन के अंदर ही आपका गुजारा करते रहे है। सो संत महात्मा तो एक नमूने की जिंदगी इस संसार दे विच जीउण वास्ते आउंदे है और आपके सेवकों को भी यही कुछ समझा के जाते हैं। जो दिन रात वो सत्संग करते हैं, ये अंदर यही नमूना वो पेश करते हैं। सो कहण दा भाव यही है गुरु नानक देव जी महाराज का कि इन्हां चीज़ां नूं तुसीं छड्ड दिओ, वेश छड्ड दिओ, भेष छड्ड दिओ, चितराई करनी तुसीं छड्ड दिओ जी। छोड़ो वेश पेख चतुराई, दुविधा एह फल नाही जियो। मन रे थिर रहो मत कत जाहि जियो। मन रे थिर रहो मत कत जाहि जियो। आप प्यार ना कहते हैं, जो जंगलों पहाड़ों के अंदर बाहर जाके टाइम गुजारोगे, दुनिया के रसां कसां विच लाओगे, तुसी मन नूं टका के तुसी क्यों नहीं इनू भगती दे विच ला दिंदे? इसनूं आपदे अंदर जाण दी आदत क्यों नहीं महात्मा दी शरण लैके तुसी सिखाउंदेगे जी। मन रे थिर रहो मत कत जाहि जियो। मन रे थिर रहो मत कत जाहि जियो। बाहर ढूंढत बहुत दुख पावे, करे अमृत कट माही जियो। आवे गुण सूफी संत फरीद साहब ने काफी दुनिया विच भ्रमण कीता सीगा। काफी उन्होंने करड़े तप अभ्यास आपकी जिंदगी विच कीते सीगे। आखिर जद उन्हां दी सुरत पूरे गुरु नूं मिल के अंदर गई तो आपने अपनी बाणी अंदर लिखिया, जंगल जंगल क्या पवे वन कंडा मोड़े, वसे रब हियालिया जंगल क्या ढूंढे। के प्यारिया जंगलों पहाड़ों चों की खटिया, रब तां तेरे अंदर ही बैठा सीगा। जे पहला ही पूरे गुरु नूं मिल के अंदर तवज्जो दिती हुंदी तो तू कामयाब हो जाता। गुरु रामदास जी भी महाराज कहते हैं कि जब मेरे दिल अंदर परमात्मा के मिलाप की पीड़ा हुई, दर्द होया, मैं उन्होंने हर जगह उच्चियां नीवां पहाड़ियां अंदर दरियावां अंदर उहदी खोज की, मंदिरां मस्जिदां दे अंदर खोज की। जब मैं गुरु अमरदेव जी महाराज की शरण विच गया, उन्होंने कहा, प्यारिया जिहड़ा बाहर तू टाइम गुजारदा है, बेहतर यही है जिस प्यारे की तैनू खोज है, जिस प्यारे नाल मिल के तू तृप्त हो सकदा है, शांति प्राप्त कर सकदा है। वो तो बाहर ना किसी ग्रंथ दे विच है, ना किसी पोथी अंदर है, ना किसी वो मस्जिद दे अंदर है, वो तो तेरे अंदर बैठा है। कहते वो जिहड़ा बचन सी गुरु अमरदेव जी महाराज का मेरे तीर की तरह लग गया भी ओहो, जिसकी मैनू इन्नी तलाश सी, मैं बाहर फिरदा रहा कि मेरे वो अंदर है। मैं कितना दुखी होया उस ना पाके। सो आप कहने लगे कि जब मैं फिर अंतर प्यास उठी प्रभ केरी, सुन गुरु बचन मन तीर लगैया। वो गुरु का जिहड़ा बचन सी वो तीर की तरह मेरे लग गया कि अंदर होंदे होए नूं मैं बाहर ढूंढदा फिरदा है। तो इस वास्ते आप कहते हैं कि असी हुण बाहर ढूंढण तो छुट गए हैं। गुरु ने कृपा की है, वो अमृत सानू अपने घर विच ही लभ गया है जी। बाहर ढूंढत बहुत दुख पावे, करे अमृत कट माही जियो। आवे गुण छोड़ गुण
गुणा को तावो, कर आवे गुण पछताही जियो। गुरु नानक देव जी महाराज कहते हैं की करो तुसी अवगुण, अगर गुनाह हो गए है माफी मंग लो भाई। जिथे जाने हो गुण ग्रहण की आदत पाओ। हर जगह ही कोई ना कोई गुण मिल जाता है। ये दृष्टि संतां महात्मा की हुंदी है, जिथे जाना उत्थे कोई ना कोई गुण प्राप्त करना। लेकिन साडी की आदत है, उथों कोई ना कोई असी अवगुण ढूंढांगे, कोई ना कोई कमी ढूंढांगे। हालांकि आपो अपना साडा बर्तन हुंदा है। सो इस वास्ते जैसी भी साडी अख उत्ते ऐनक लाई है, वैसे ही सानू अगे नजर आउंदे है, उसे ही रंग दे। लेकिन गुरु नानक देव जी महाराज कहते किहड़ियां चीज़ां साडे अंदर रुकावट बनदियां हन। अवगुणां नूं छड्ड दिओ, गुण ग्रहण की आदत पाओ। अगर कोई ऐब पाप है तुसी तौबा कर लो, माफी मंग लो। महाराज सावण कहते हुंदे सी, जो आदमी ऐब करके मान ही नहीं रहा, एक झूठ नूं छुपाउण दी खातर 200 झूठ होर बोलदा है। एक गलत गल नूं साबित करन वास्ते किन्ना किन्ना लोग होर झूठ बोल जाते हैं, किन्ने किन्ने सबूत पेश करते हैं। तो जे असी पहले ही गलती मान लीए कि जी हो गई है, सो इस वास्ते वो माफी देने वास्ते दा परमात्मा साडे अंदर ही बैठा है, उन्हें बाहरों नहीं आना गा। इस वास्ते गुरु नानक देव जी महाराज कहते हैं कि तुसी की करो बई, अवगुणां नूं छड्ड दिओ, गुण ग्रहण की आदत पाओ जी। आवे गुण छोड़ गुणा को तावो, कर आवे गुण पछताही जियो। सारे आप सारे की सार न जाने, फिर कीच बुढ़ाई जियो। गुरु नानक देव जी महाराज कहते अगों देखा पिछों देखा तुझ ते क्या छुपावा है। असी सोचते सानू केड़ा कोई देख रहा है, देखण वाला असी सोचते मगरों है, वो पहला देख लेंदा है, वो साडे हर हरकत नूं देखदा है। सार अफसर की सार न जाने फिर आप कहण लगे है तुसी उस परमात्मा नूं नहीं समझदे कि सानू देख रहा है। फिर तुसी विषे बकारां विच लिबड़दे हो, चुगली निंदिया नाल लिबड़दे हो, दुनिया दी मैल धो धो के लिबड़ी जाने हो, बजाय मैल लाउण दी होर मैल लाई जाने हो जी। सारे आप सारे की सार न जाने, फिर कीच बुढ़ाही जियो। अंतर मैल लोभ बहु झूठे, बाहर नावो काही जियो। गुरु नानक देव जी महाराज कहते अंदर काह दियां मैलां दी लोभ दी मैल है। लोभी आदमी मास दे लोथड़े तो वध नहीं हुंदागा, वो अपने हक ते खड़दा ही नहींगा, सबर ही नहीं हुंदीगी। कि ऐसे बंदे दा गुरु नानक कहते भुल के भी वसा ना करो, लोभी दा वसा ना कीजी, जेका पार वसाए अंत काल तिथे तोहे, जिथे हाथ ना पाए। सो इस वास्ते आप कहण लगे अंदर तां साडा मैला होया पिया है, काम ना मैल लगी है, क्रोध दी मैल लगी है, लोभ दी लगी हुई है। लेकिन असी लोग इतनी भुल अंदर पे हैं, इतने ही अजीब तरीके असी इख्तियार कर लेने हैं। उस मैल नूं लाउण वास्ते असी बाहर तीर्थां ते जाके, पाणियां दरियावां दे उत्ते जाके असी पानी ना धो के उस मैल नूं लाउने हैं। मैल अंदर है, उहदे लाउण दा तरीका असी बाहर अपनाउने हैं। आपां देख सकते हैं कि अगर अपना आह मकान जिस विच आपां सत्संग करते हैं एक कूड़े करकट दा भरिया होवे, बाहर जितना मर्जी आपां झाड़ू निकाल लीए, जितना मर्जी आपां इहनूं सफेदी बाहरों कर लीए, अंदरला जिहड़ा कूड़ा करकट है वो बाहरों झाड़ू ना किस तरह निकल सकता है।
तो गुरु नानक देव जी महाराज कहते पाप करे पंचा के वसरे, तीर्थ नाए कहे सब उतरे, बहुर कमावा होए न संक, जम पर बाध खड़े कलंक। ਅਸੀਂ ਪਾਪ ਤਾਂ ਕਰਦੇ ਹਾਂ, ਮਨ ਦੇ ਕਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਆਖੇ, ਲੇਕਿਨ ਤੀਰਥ ਨਾ ਕੇ ਮਨ ਸਾਡਾ ਜ਼ਰੂਰ ਕਹਿ ਲੈਂਦਾ ਹੈ ਕਿ ਉਤਰ ਗਏ ਹੈ। ਫੇਰ ਆ ਕੇ ਕਹਿੰਦੇ ਪਿਛਲੇ ਤਾਂ ਲਾ ਲਿਆ, ਹੁਣ ਅਸੀਂ ਗਾਹਾਂ ਨੂੰ ਫੇਰ ਅਸੀਂ ਛੱਡ ਜਾਈਏ। ਸੋ ਇਸ ਵਾਸਤੇ ਆਪ ਕਹਿਣ ਲੱਗੇ ਕਿ ਦੇਖੋ ਪਿਆਰਿਓ, ਜੇ ਤੁਸੀਂ ਇਸ਼ਨਾਨ ਕਰਨ 'ਚ ਹੀ ਮੁਕਤੀ ਸਮਝਦੇ ਹੋ ਤਾਂ ਸੱਚੇ ਤੋਂ ਸੱਚਾ ਜਿਹੜਾ ਇਸ਼ਨਾਨ ਹੈ, ਅੰਮ੍ਰਿਤ ਦਾ ਜਿਹੜਾ ਸਰੋਵਰ ਹੈ, ਜਿੱਥੇ ਜਾ ਕੇ ਸਾਡੀ ਆਤਮਾ ਦੇ ਸਾਰੇ ਪਾਪ ਲੈਂਦੇ ਹੈ, ਤੁਸੀਂ ਉਸ ਜਗ੍ਹਾ ਪਹੁੰਚੋਗਾ। ਸਾਡੀ ਆਤਮਾ ਉੱਪਰ ਪਹਿਲਾਂ ਸਥੂਲ ਪੜਦਾ ਹੈ, ਇਸ ਦੇ ਅੰਦਰ ਸੂਖਸ਼ਮ ਹੈ, ਇਹਦੇ ਅੰਦਰ ਕਾਰਨ ਹੈ। ਜਦ ਅਸੀਂ ਤਿੰਨੇ ਪੜਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹਾਂ, ਜਿਸ ਨੂੰ ਕਿਸੇ ਸੰਤ ਨੇ ਪਾਰ ਬ੍ਰਹਮ ਕਿਹਾ, ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤਸਰ ਕਿਹਾ ਹੈ। ਸੱਚਾ ਅੰਮ੍ਰਿਤਸਰ ਕਾਇਆ ਮਾਹੇ ਮਨ ਪੀਵੈ ਪਾਏ ਸੋ ਪਾਈ ਹੈ। ਕਹਿਣ ਲੱਗੇ ਜਿਸ ਅੰਮ੍ਰਿਤਸਰ ਦੇ ਵਿੱਚ ਨਹਾ ਕੇ ਤੁਹਾਡੇ ਪਾਪ ਲੈਣੇ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਹੈ, ਦੇਹ ਔਰ ਵਜੂਦ ਦੇ ਅੰਦਰ ਹੈ। ਸੋ ਇਸ ਵਾਸਤੇ ਆਪ ਕਹਿਣ ਲੱਗੇ ਜੇ ਤੁਸੀਂ ਇਸ਼ਨਾਨ ਨਾਲ ਮੈਲ ਲਾਉਣੀ ਹੈ ਤਾਂ ਤੁਸੀਂ ਉਹ ਸਰੋਵਰ ਦੇ ਵਿੱਚ ਨਹਾਓ ਜਾ ਕੇ, ਜਿੱਥੇ ਜਾ ਕੇ ਕਾਂ ਤੋਂ ਹੰਸ ਬਣਦੇ ਹੈ। ਹੰਸ ਤੋਂ ਮਤਲਬ ਮਨਮੁਖ ਦੀ ਹੈ, ਔਰ ਹੰਸ ਦਾ ਮਤਲਬ ਗੁਰਮੁਖ ਹੈ, ਔਰ ਕਾਂ ਤੋਂ ਮੁਰਾਦ ਹੈ ਮਨਮੁਖ। ਅਸੀਂ ਉਸ ਅੰਮ੍ਰਿਤਸਰ ਦੇ ਵਿੱਚ ਭੋਗੀ ਲੋਕ ਜਾਂਦੇ ਹਾਂ ਔਰ ਗੁਰਮੁਖ ਬਣ ਕੇ ਨਿਕਲੇ ਆਉਂਦੇ, ਹੰਸ ਬਣ ਕੇ ਨਿਕਲੇ ਆਉਂਦੇ हैं। ਔਰ ਇਹੀ ਹਾਲਤ ਹੈ ਕਿ ਜਦ ਅਸੀਂ ਸ਼ਰਾਬੀ ਕਬਾਬੀ ਭੋਗੀ ਲੋਕ ਉੱਥੇ ਪਹੁੰਚਦੇ ਹਾਂ ਔਰ ਅਸੀਂ ਗੁਰਮੁਖ ਬਣ ਜਾਂਦੇ ਹਾਂ। ਸੋ ਬਾਹਰ ਕਿਸੇ ਪਾਣੀ ਨੂੰ ਇਹ ਤਾਕਤ ਨਹੀਂ ਕਿ ਕਾਲੇ ਕਾਂ ਤੋਂ ਚਿੱਟਾ ਬਣ ਜਾਵੇ। ਜੇ ਪਹਿਲਾਂ ਬਣਦੇ ਸਨ, ਅੱਜ ਵੀ ਬਣ ਜਾਣੇ ਚਾਹੀਦੇ ਹਨ। ਸੋ ਇਸ ਵਾਸਤੇ ਇਹ ਤਾਂ ਸਾਡੇ ਇੱਕ ਮਨ ਦੇ ਆਪਦੇ ਭੁਲੇਖੇ ਪਾਏ ਹੋਏ ਆ, ਕਹਾਣੀਆਂ ਜ਼ਰੂਰ ਜੋੜ ਲੈਂਦੇ ਅਸੀਂ ਕਿ ਉਸ ਜਗ੍ਹਾ ਇਹ ਕੁਛ ਹੋਇਆ। ਸੋ ਪਿਆਰਿਓ, ਬੜੇ ਪਿਆਰ ਨਾਲ ਠੰਡੇ ਦਿਲ ਨਾਲ ਸੋਚਣ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਆ ਅੰਤਰ ਮੈਲ ਲੋਭ ਹੋ ਝੂਠੇ ਬਾਹਰ ਨਾ। ਤੇ ਅਸੀਂ ਬਾਹਰ ਨਹਾ ਕੇ ਕਿਸ ਤਰ੍ਹਾਂ ਉਹਨੂੰ ਅਸੀਂ ਸਾਫ਼ ਕਰ ਸਕਦੇ ਹਾਂ। ਮੈਂ ਹਰਿਦੁਆਰ ਦੀ ਕਹਾਣੀ ਦੱਸਦਾ ਹੁੰਦਾ। ਮੈਂ ਹਰਿਦੁਆਰ ਗਿਆ, ਮੇਰੇ ਪਿੰਡ ਦਾ ਇੱਕ ਜਾਟ ਪ੍ਰੇਮੀ ਸੀਗਾ, ਉਹ ਵੀ ਗਿਆ। ਉਹ ਦੁਕਾਨ ਕਰਦਾ ਹੁੰਦਾ ਸੀਗਾ, ਉਹ ਕਿਤੇ ਪਹਿਲਾਂ ਵੀ ਜਾ ਕੇ ਆਇਆ ਸੀਗਾ। ਮੈਨੂੰ ਕਹਿਣ ਲੱਗਿਆ ਮੈਂ ਇੱਥੇ ਪਹਿਲਾਂ ਆਇਆ ਸੀ, ਉਹਦੇ ਕੇਲਾ ਛੱਡ ਗਿਆ ਸੀਗਾ। ਮੈਂ ਹੁਣ ਸੋਚਦਾ ਮੈਂ ਕੀ ਛੱਡਾਂ। ਮੇਰਾ ਖਿਆਲ ਹੈ ਕਿ ਮੈਂ ਬੈਂਗਣ ਖਾਣਾ ਛੱਡ ਦੇਵਾਂ। ਮੈਂ ਉਹਨੂੰ ਕਿਹਾ ਪਿਆਰਿਆ, ਨਾ ਤਾਂ ਕੋਈ ਕੇਲੇ ਨੇ ਤੇਰਾ ਵਿਗਾੜਿਆ ਹੈ, ਨਾ ਕੋਈ ਤੇਰਾ ਬੈਂਗਣੀ ਵਿਗਾੜਦਾ ਹੈ, ਤੂੰ ਘੱਟ ਤੋਲਣਾ ਛੱਡ ਦੇ। ਤੇਰਾ ਇਹਨੇ 'ਚ ਫਾਇਦਾ ਹੋਏਗਾ ਅਗਰ ਜੇ ਤੀਰਥ ਤੇ ਤੂੰ ਛੱਡਣਾ ਹੀ ਚਾਹੁੰਦਾ ਹੈ। ਉਹ ਕਹਿੰਦਾ ਇਹ ਤਾਂ ਮੈਂ ਕਰ ਨਹੀਂ ਸਕਦਾ। ਸੋ ਇਸ ਵਾਸਤੇ ਪਿਆਰਿਓ, ਬੜੇ ਠੰਡੇ ਦਿਲ ਦੀ ਗੱਲ ਹੈ ਕਿ ਅਸੀਂ ਉਹ ਪਾਪ ਜਿਹੜੇ ਹੈ ਉਹ ਬਾਹਰ ਪਾਣੀਆਂ ਦੇ ਨਾਲ ਅਸੀਂ ਲਾਉਨੇ ਆ। ਗੁਰੂ ਸਾਹਿਬ ਕਹਿੰਦੇ ਹੈ ਕਿ ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਿਆਂ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵਾਂ ਕੇ ਰੰਗ। ਅਸੀਂ ਹਰ ਆਦਮੀ ਜਪਜੀ ਸਾਹਿਬ ਪੜ੍ਹਦੇ ਹਾਂ, ਜਪਜੀ ਸਾਹਿਬ ਤੇ ਜ਼ੋਰ ਵੀ ਦਿੰਦੇ ਹਾਂ, ਲੇਕਿਨ ਅਸੀਂ ਕਦੇ ਇਹ ਠੰਡੇ ਦਿਲ ਨਾਲ ਨਹੀਂ ਵਿਸਾਰਦੇ ਗਏ ਕਿ ਗੁਰੂ ਸਾਹਿਬ ਇਹ ਕੀ ਕਹਿ ਰਹੇ ਹੈ। ਅਗਰ ਤੁਹਾਡੇ ਹੱਥ ਪੈਰ ਲਿਬੜ ਜਾਂਦੇ ਹੈ, ਤੁਸੀਂ ਪਾਣੀ ਨਾਲ ਸਾਫ਼ ਕਰ ਸਕਦੇ ਹੋ। ਇਸ ਤੇ ਵੀ ਗਹਿਰੀ ਕੋਈ ਮੈਲ ਲੱਗ ਜਾਂਦੀ ਹੈ, ਤੁਸੀਂ ਸਾਬਣ ਨਾਲ ਠੀਕ ਕਰ ਸਕਦੇ ਹੋ, ਸਾਫ਼ ਕਰ ਸਕਦੇ ਹੋ। ਅਗਰ ਤੁਹਾਡੀ ਅੰਦਰ ਜਿਹੜੀ ਮਤ ਹੈ, ਆਤਮਾ ਹੈ, ਉਹ ਲਿਬੜ ਜਾਂਦੀ ਹੈ, ਭੋਗਾਂ ਦੇ ਨਾਲ ਉਹ ਮੈਲੀ ਹੋ ਜਾਂਦੀ ਹੈ, ਤੁਸੀਂ ਨਾਮ ਦਾ ਸਾਬਣ ਲਾ ਕੇ ਉਸ ਨੂੰ ਸਾਫ਼ ਕਰ ਸਕਦੇ ਹੋ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਹੀ ਸਮਾਜ ਅਸੀਂ ਮੁਕਤੀ ਜ਼ਰੂਰ ਨਾਮ ਤੋਂ ਮੰਨਦੇ ਹਾਂ ਕਿ ਨਾਮ ਬਗੈਰ ਮੁਕਤੀ ਨਹੀਂ, ਲੇਕਿਨ ਅਸੀਂ ਕਦੇ ਵੀ ਠੰਡੇ ਦਿਲ ਨਾਲ ਇਹ ਸੋਚਣ ਦੀ ਖੇਚਲੀ ਨਹੀਂ ਕੀਤੀ ਕਿ ਕੀ ਉਹ ਨਾਮ ਜਿਹੜਾ ਹੈ ਹਿੰਦੀ 'ਚ ਲਿਖਿਆ ਜਾਂਦਾ ਹੈ ਜਾਂ ਅਰਬੀ 'ਚ ਲਿਖਿਆ ਜਾਂਦਾ ਹੈ ਜਾਂ ਪੰਜਾਬੀ ਜਾਂ ਕਿਸੇ ਇੰਗਲਿਸ਼ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ। ਸੋ ਸੰਤ ਕਹਿੰਦੇ ਆ ਨਹੀਂ ਪਿਆਰਿਓ, ਅਗਰ ਕਿਸੇ ਇੱਕ ਭਾਸ਼ਾ ਵਿੱਚ ਲਿਖਿਆ ਜਾਣ ਵਾਲਾ ਇਹ ਹੁੰਦਾ ਤਾਂ ਜਿਹੜੇ ਲੋਕ ਉਹ ਭਾਸ਼ਾ ਨੂੰ ਨਹੀਂ ਜਾਣਦੇਗੇ ਉਹਨਾਂ ਨਾਲ ਵੀ ਪ੍ਰਮਾਤਮਾ ਨੇ ਬੇਇਨਸਾਫੀ ਕੀਤੀ ਸੀ। ਲੇਕਿਨ ਪਲਟੂ ਸਾਹਿਬ ਕਹਿੰਦੇ ਜੇ ਕੋਈ ਚਾਹੇ ਨਾਮ तो नाम अनाम है, पढ़न लिखन में ना है बेने अक्षर काम है, रूप कहो अनरूप पवन अनरेखते, हारे पलटू गैब देश से संत नाम वो पेखते। वो बिना लिखिया कानून है, बिना बोली भाषा है। जिन्हों का अनुभव खुल जाता है ਉਹੀ महात्मा उस नाम देखते हैं, जुड़ जाते हैं
ਔਰ ਜਿਹੜਾ ਉਹਨਾਂ ਦੀ ਸੁਭਤ ਦੇ ਵਿੱਚ ਜਾਂਦਾ ਹੈ ਉਸ ਨੂੰ ਵੀ ਉਹ ਜੋੜ ਦਿੰਦੇ ਹੈ, ਉਸ ਨੂੰ ਵੀ ਅਨੁਭਵ ਕਰਾਉਂਦੇ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਅੰਤਰ ਮੈਲ ਲੋਭ ਝੂਠੇ। ਕਿ ਇਹ ਮੈਲ ਨੂੰ ਜੇ ਤੁਸੀਂ ਲਾਉਣਾ ਹੈ, ਇਹ ਵੀ ਅਸੀਂ ਕਾਹਦੇ ਨਾਲ, ਨਾਮ ਦੇ ਨਾਲ ਲਾ ਸਕਦੇ ਹਾਂ, ਸ਼ਬਦ ਦੇ ਨਾਲ ਲਾ ਸਕਦੇ ਹਾਂ ਜੀ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜਿਉ। ਨਿਰਮਲ ਨਾਮ ਜਪੋ ਸਾਦੇ ਗੁਰਮੁਖ, ਅੰਤਰ ਕੀ ਗਤ ਤਾਹੀ ਜਿਉ। ਉਹ ਕਹਿੰਦੇ ਨਾਮ ਜਿਹੜਾ ਹੈ ਉਹ ਨਿਰਮਲ ਹੈ, ਪਿਓਰ ਹੈ, ਪਵਿੱਤਰ ਹੈ। ਔਰ ਅਗਰ ਜੇ ਤੁਸੀਂ ਆਪਦੀ ਮੁਕਤੀ ਚਾਹੁੰਦੇ ਹੋ, ਪਾਪਾਂ ਦੀ ਮੈਲ ਲਾਉਣਾ ਚਾਹੁੰਦੇ ਹੋ, ਤੁਸੀਂ ਉਹ ਨਿਰਮਲ ਨਾਮ ਦੇ ਨਾਲ ਜੁੜੋ, ਤੁਸੀਂ ਵੀ ਨਿਰਮਲ ਹੋ ਜਾਓਗੇ। ਕਬੀਰ ਸਾਹਿਬ ਕਹਿੰਦੇ ਹੈ ਕਿ ਜਦ ਮੇਰੇ ਹਿਰਦੇ ਵਿੱਚ ਨਾਮ ਵਸ ਗਿਆ, ਉਹਨੇ ਪਾਪਾਂ ਦਾ ਇਸ ਤਰ੍ਹਾਂ ਨਾਸ਼ ਕਰ ਦਿੱਤਾ, ਜਿਸ ਤਰ੍ਹਾਂ ਬਹੁਤ ਸਾਰਾ ਲੱਕੜੀਆਂ ਦਾ ਢੇਰ ਹੁੰਦਾ ਹੈ, ਇੱਕ ਚਿੰਗਿਆੜੀ ਅੱਗ ਦੀ ਲਾ ਦਈਏ, ਉਹ ਸਾਰਿਆਂ ਨੂੰ ਰਾਖ ਕਰ ਦਿੰਦੀ ਹੈ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਮਾਹਾ ਉਗਰ ਪਾਪ ਸਾਖਤ ਨਰ ਕੀਨੇ, ਮੇਰੇ ਸਾਧੂ ਲੂਕੀ ਦੀਜੈ। ਉਹ ਕਹਿਣ ਲੱਗੇ ਕਿ ਬੇਸ਼ੱਕ ਅਸੀਂ ਕਿੰਨੇ ਵੀ ਪਾਪ ਕਿਉਂ ਨਾ ਕਰ ਲਏ ਹੈ, ਸੰਤ ਇਹ ਨਹੀਂ ਕਹਿੰਦੇ ਕਿ ਸਾਡੇ ਪਾਸ ਪੁੰਨੀ ਆਓ, ਉਹ ਕਹਿੰਦੇ ਕੈਸਾ ਵੀ ਆਏ ਇਨਸਾਨ ਹੋਵੇ। ਸੰਤਾਂ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਕਿ ਪਾਪਾਂ ਦੀ ਦਲਦਲ ਦੇ ਥੱਲੇ ਸ਼ੁੱਧ ਆਤਮਾ ਵੀ ਹੈ। ਜਿਸ ਤਰ੍ਹਾਂ ਤੇਲੀ ਦੇ ਕੱਪੜੇ, ਹਲਵਾਈ ਦੇ ਕੱਪੜੇ ਧੋਬੀ ਲੈਣੋਂ ਇਨਕਾਰ ਨਹੀਂ ਕਰਦਾ, ਉਹਦਾ ਆਪਣੇ ਕਰਤੱਵ ਦੇ ਉੱਤੇ ਮਾਨ ਹੁੰਦਾ ਹੈ ਕਿ ਮੈਂ ਇਹਨਾਂ ਕੱਪੜਿਆਂ 'ਚ ਸਫੈਦੀ ਕੱਢ ਲਊਂਗਾ। ਇਸੇ ਤਰ੍ਹਾਂ ਸਤਿਗੁਰਾਂ ਨੂੰ ਆਪਦੇ ਨਾਮ ਦੇ ਉੱਤੇ, ਗੁਰੂ ਦੇ ਉੱਪਰ ਭਰੋਸਾ ਹੁੰਦਾ ਹੈ ਕਿ ਨਾਮ ਮੈਲ ਨਹੀਂ ਰਹਿਣ ਦਿੰਦਾ, ਪਾਪ ਨਹੀਂ ਰਹਿਣ ਦਿੰਦਾਗਾ, ਇਹ ਤਾਂ ਪਿਓਰ ਹੈ, ਪਵਿੱਤਰ ਹੈ। ਜੋ ਵੀ ਜੁੜਨਗੇ ਉਹ ਵੀ ਪਿਓਰ ਔਰ ਪਵਿੱਤਰ ਹੋ ਜਾਣਗੇ ਜੀ। ਨਿਰਮਲ ਨਾਮ ਜਪੋ ਸਾਦੇ ਗੁਰਮੁਖ, ਅੰਤਰ ਕੀ ਗਤ ਤਾਹੀ ਜਿਉ। ਪਾਰੇ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜਿਉ। ਕੀ ਛੱਡ ਦਿਓ ਤੁਸੀਂ? ਪਰਾਈ ਨਿੰਦਿਆ ਛੱਡ ਦਿਓ, ਲੋਭ ਛੱਡ ਦਿਓ। ਨਿੰਦਿਆ ਜਿਹੜੀ ਕਿਸੇ ਦੀ ਕਰਨੀ ਹੈ, ਇਹ ਬੇਲਜਤ ਗੁਨਾਹ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਹਰ ਇੰਦਰੀ ਚੋਂ ਕੋਈ ਨਾ ਕੋਈ ਰਸ ਪ੍ਰਾਪਤ ਹੁੰਦਾ ਹੈ, ਲੇਕਿਨ ਨਿੰਦਿਆ ਇੰਦਰੀ ਚੋਂ ਕੋਈ ਰਸ ਪ੍ਰਾਪਤ ਨਹੀਂ ਹੁੰਦਾਗਾ, ਜਿਹੜੀ ਕਿ ਸਾਨੂੰ ਸਭ ਨੂੰ ਚਿੰਬੜੀ ਹੋਈ ਹੁੰਦੀ ਹੈ। ਸੰਤ ਮਹਾਤਮਾ ਮੈਂ ਦੱਸਦਾ ਹੁੰਦਾ ਹੈ, ਨਾ ਕਿਸੇ ਦੀ ਨਿੰਦਿਆ ਕਰਨ, ਨਾ ਆਪਦੇ ਸੇਵਕਾਂ ਨੂੰ ਇਜਾਜ਼ਤ ਹੀ ਦੇਣ ਵੀ ਕਿਸੇ ਦੀ ਤੁਸੀਂ ਨਿੰਦਿਆ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਿੰਦਿਆ ਭਲੀ ਕਾਹੂ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਨਿੰਦਿਆ ਜਿਹੜੀ ਹੈ ਉਹ ਸਾਡੇ ਭਜਨ ਸਿਮਰਨ ਦਾ ਬਹੁਤ ਵੱਡਾ ਨੁਕਸਾਨ ਕਰਦੀ ਹੈ। ਅਗਰ ਕੋਈ ਬੇਲਜਤ ਗੁਨਾਹ ਹੈ ਤਾਂ ਉਹ ਨਿੰਦਿਆ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਜੇ ਤੁਸੀਂ ਤਰੱਕੀ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ, ਇਹ ਚੀਜ਼ਾਂ ਨੂੰ ਤੁਸੀਂ ਛੱਡ ਦਿਓ। ਝੂਠ ਬੋਲਣਾ ਛੱਡ ਦਿਓ, ਨਿੰਦਿਆ ਕਰਨੀ ਛੱਡ ਦਿਓ ਜੀ। ਪਾਰੇ ਹਰੇ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜਿਉ। ਜਿਉ ਪਾਵੇ ਤਿਉ ਰਾਖੋ ਹਰ ਜਿਉ, ਜਨ ਨਾਨਕ ਸ਼ਬਦ ਸਲਾਹੀ ਜਿਉ। ਆਪ ਪਰਮਾਤਮਾ ਦੇ ਅੱਗੇ ਆ ਕੇ ਇਹੀ ਅਰਦਾਸ ਕਰਦੇ ਹੈ ਕਿ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹੈ। ਹੁਣ ਜਿਵੇਂ ਤੈਨੂੰ ਪਾਉਂਦਾ ਹੈ ਭਗਤੀ ਕਰਾ ਲੈ, ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਤੂੰ ਕਰਾ ਲੈ ਹੈ। ਤੋ ਕਬੀਰ ਸਾਹਿਬ ਵੀ ਕਹਿੰਦੇ ਆ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜੇ ਤਿਸ ਭਾਵੈ ਤੇ ਹੁਕਮ ਮਨਾਵੈ, ਇਸ ਬੇੜੇ ਨੂੰ ਪਾਰ ਨਗਾਵੈ। ਸੋ ਇਸ ਵਾਸਤੇ
ਆਪ ਪਿਆਰ ਨਾਲ ਕਹਿੰਦੇ ਹੈ ਕਿ हे ਪ੍ਰਭੂ, ਤੈਨੂੰ ਜਿਵੇਂ ਵੀ ਪਾਉਂਦਾ ਹੈ ਤੂੰ ਸਾਨੂੰ ਉਵੇਂ ਰੱਖ। ਇਹੀ ਅਰਦਾਸ ਹੈ ਕਿ ਤੂੰ ਸਾਨੂੰ ਆਪਦੀ ਭਗਤੀ ਦਾ ਦਾਨ ਬਖਸ਼, ਭਗਤੀ ਬਖਸ਼। ਸੋ ਸਾਨੂੰ ਵੀ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਇਨਸਾਨ ਦਾ ਜਾਮਾ ਬੜਾ ਕੀਮਤੀ ਹੈ। ਇਹਦੇ ਵਿੱਚ ਤੁਸੀਂ ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ। ਅਗਰ ਇਹ ਫਾਇਦਾ ਨਹੀਂ ਉਠਾਉਂਦੇਗੇ, ਪਤਾ ਨਹੀਂ ਅਸੀਂ ਫੇਰ ਪ੍ਰਮਾਤਮਾ ਸਾਨੂੰ ਇਹ ਮੌਕਾ ਦੇਵੇ ਜਾਂ ਨਾ ਦੇਵੇ। ਤੋ ਆਪ ਕਹਿਣ ਲੱਗੇ ਵੇਸ਼ ਛੱਡ ਦਿਓ, ਚਤਰਾਈ ਛੱਡ ਦਿਓ, ਕਿਉਂਕਿ ਪ੍ਰਮਾਤਮਾ ਤੁਹਾਡੇ ਅੰਦਰ ਬੈਠਾ ਹੈ, ਬਾਹਰੋਂ ਨਾ ਮਿਲਿਆ ਨਾ ਮਿਲੇਗਾ ਹੀ। ਸੋ ਇਸ ਵਾਸਤੇ ਆਪ ਨੇ ਪਿਆਰ ਨਾਲ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਛੱਡੋ, ਤੁਸੀਂ ਅੰਦਰ ਨਾਮ ਦੇ ਨਾਲ ਜੁੜੋ। ਸੋ ਸਾਨੂੰ ਵੀ ਚਾਹੀਦਾ ਹੈ ਜੋ ਕੁਝ ਗੁਰੂ ਸਾਹਿਬ ਨੇ, ਗੁਰੂ ਨਾਨਕ ਨੇ ਸਾਨੂੰ ਦੱਸਿਆ ਹੈ, ਆਪਦੇ ਜੀਵਨ ਨੂੰ ਸਫਲ ਬਣਾਈਏ ਨਾਮ ਦੀ ਕਮਾਈ ਕਰਕੇ। ਜਿਉ ਪਾਵੇ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜਿਉ।